मेरे बहुत ही प्यारे प्यारे बच्चों, सत श्री अकाल। प्यारे बच्चों, परी ने अपने मैडम जी ਨੂੰ एक वीडियो भेजी है। आओ देखिए परी की कह रही है। गुड मॉर्निंग मैम। मैम मैनू ना इन्हां अखरां दी समझ नहीं आती, ये मैनू इक्को ਜਿਹੇ लगते हैं। प्लीज़ तुसी मैनू समझा दो। प्यारे बच्चों, ਅੱਜ ਅਸੀਂ ਮਿਲਦੇ ਜੁਲਦੇ ਅੱਖਰਾਂ ਵਿੱਚ ਅੰਤਰ ਲੱਭਾਂਗੇ। ਇਹ ਦੇਖੋ ਬੱਚਿਓ, ਇਹ ਪਾ ਹੈ ਤੇ ਇਹ ਤੱਦ ਹੈ। ਤੁਹਾਨੂੰ ਇਹਨਾਂ ਦੋਨਾਂ ਵਿੱਚ ਕੀ ਫਰਕ ਲੱਗਦਾ ਹੈ? ਦੇਖੋ ਬੱਚਿਓ, ਇਹਨਾਂ ਦੀ ਜਿਹੜੀ ਸ਼ੇਪ ਹੈ ਬਿਲਕੁਲ ਇੱਕੋ ਜਿਹੀ ਹੈ। ਕੋਈ ਫਰਕ ਹੈ ਇਹਨਾਂ ਦੋਨਾਂ ਵਿੱਚ? ਹਾਂਜੀ, देखो बच्चियों, पप्पे दे ऊपर लाइन नहीं है, लेकिन धद्दे दे ऊपर लाइन लगी हुई है। पप्पा उपरों खुला है, इथों खुला है ते धद्दा उपरों बंद है। ये देखो बच्चों, आपां होर ध्यान दे नाल देखिए, ये धद्दे तो जे मैं लाइन चकदा तां उपरों नीचों की निकल आंदा, बिल्कुल पप्पा। देखो पप्पे वर्गा सेम। जदों असीं इहदे उपर ये लाइन लगा दित्ती तां ये की बन गया जी? धद्दा। हुण बच्चों याद रखोगे, जिहड़ा पप्पा हुंदा है वो उपरों खुला हुंदा है ते धद्दा जिहड़ा हुंदा है वो उपरों बंद हुंदा है। ये खक्खा है ते ये थत्था है। तुहानूं इन्हां दोनां विच की फर्क दिखाई देंदा? देखो दोनां दी शेप बिल्कुल इक्को जी है। देखो इहदे विच लाइन है, ये भी इसे तरह है, तो ये विच लाइन है ना। तो इन्हां दोनों विच फर्क की है? जिहड़ा खक्खा है वो उपरों खाली है ते जिहड़ा थत्था है उहदे उपर लाइन लगी हुई है। देखो बेटे ध्यान नाल देखो, वैसे ये पप्पे नाल भी मिलदा है। इहदे पेट विच लाइन लगी हुई है तो की बन गया? खक्खा। ते खक्खे नूं जे असीं उपरों ढक दईए तां की बन जांदा है? थत्था। ये देखो बच्चों, जदों असीं थत्थे दी लाइन चुकदे हां तां की निकल आंदा थल्लों? खक्खा। देखो हुण ये दोनों खक्खे लग रहे ने। ए लो जी, ये बन गया थत्था। प्यारे बच्चों, हुण है घर दे काम दी वारी। तुसीं अपनी पंजाबी दी पाठ पुस्तक दा पन्ना नंबर 44 खोलो। तुसीं इन्हां अखरां विच रंग भर लिया है तां एक वारी फेर इन्हां अखरां दी पहचान पक्की करो। पन्ना नंबर 56 ते किहड़ा हेठां दा ते किहड़ा तत्त अंतर प्यारे समझण दी कोशिश करो। प्यारे बच्चों, सत श्री अकाल। ਆਪਾਂ ਕਰ ਰਹੇ ਹਾਂ ਜਮਾਤ ਪਹਿਲੀ ਵਿਸ਼ਾ ਗਣਿਤ ਦੀ ਪੁਸਤਕ ਦਾ ਪੇਜ ਨੰਬਰ 37। ਬੱਚਿਓ, ਇਸ ਤੋਂ ਪਹਿਲਾਂ ਤੁਸੀਂ ਕਰ ਚੁੱਕੇ ਹੋ ਆਪਣੇ ਹੱਥ ਦੀਆਂ ਉਂਗਲਾਂ ਦੇ ਨਾਲ 1 ਤੋਂ 5 ਤੱਕ ਜੋੜ ਅਤੇ ਘਟਾ ਕਰਨ ਵਾਲੀ ਕਿਰਿਆ। ਬੱਚਿਓ, ਜੋ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ, ਇਹਨਾਂ ਨੂੰ ਸਲਾਈਡਿੰਗ ਕਾਰਡ ਕਹਿੰਦੇ ਹਨ। ਇਹਨਾਂ ਦੀ ਮਦਦ ਨਾਲ ਵੀ ਆਪਾਂ ਜੋੜ ਅਤੇ ਘਟਾ ਕਰਨ ਵਾਲੀ ਕਿਰਿਆ ਨੂੰ ਸਿੱਖਣਾ ਹੈ। ਠੀਕ ਹੈ, ਇਹ ਕਾਰਡ ਤੁਹਾਡੇ ਗਣਿਤ ਦੀ ਪੁਸਤਕ ਦੇ ਪਿਛਲੇ ਪਾਸੇ ਵਾਲੇ ਪੰਨਿਆਂ ਦੇ ਉੱਪਰ ਵੀ ਬਣੇ ਹੋਏ ਹਨ। ਤੁਸੀਂ ਉਹਨਾਂ ਨੂੰ ਕੱਟ ਕੇ ਆਪਣੇ ਘਰੇ ਮੰਮੀ ਪਾਪਾ ਜਾਂ ਵੱਡੇ ਭੈਣ ਭਰਾ ਦੀ ਮਦਦ ਨਾਲ ਇਹਨਾਂ ਨੂੰ ਤਿਆਰ ਕਰਕੇ ਇਹਨਾਂ ਦੀ ਸਹਾਇਤਾ ਨਾਲ ਜੋੜ ਘਟਾ ਵੀ ਕਰ ਸਕਦੇ ਹੋ, ਜਾਂ ਤੁਸੀਂ ਚਾਰਟ ਨਾਲ ਵੀ ਇਸ ਤਰ੍ਹਾਂ ਦੇ ਕਾਰਡ ਤਿਆਰ ਕਰ ਸਕਦੇ ਹੋ। ਹੁਣ ਆਪਾਂ ਕਰਾਂਗੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਕਰਨਾ ਹੈ। ਆਓ ਆਪਾਂ ਕਰਦੇ ਹਾਂ। ਇਸ ਕਾਰਡ ਦੇ ਵਿੱਚ ਦਿੱਤੀਆਂ ਹੋਈਆਂ ਬਿੰਦੂਆਂ ਨੂੰ ਆਪਾਂ ਪਹਿਲਾਂ ਗਿਣਦੇ ਹਾਂ। ਫਿਰ ਉਸ ਦੇ ਸਾਹਮਣੇ ਬਣੇ ਹੋਏ ਖਾਨੇ, ਇੱਕ ਹਰੇ ਰੰਗ ਦਾ ਔਰ ਇੱਕ ਗੁਲਾਬੀ ਰੰਗ ਦੇ ਖਾਨੇ ਦੇ ਅੰਦਰ ਇਹਨਾਂ ਬਿੰਦੂਆਂ ਦੀ ਗਿਣਤੀ ਨੂੰ ਸੰਖਿਆ ਰੂਪ ਵਿੱਚ ਲਿਖਣਾ ਹੈ। ਹਰੇ ਰੰਗ ਦੇ ਖਾਨੇ ਦੇ ਅੰਦਰ ਜੋ ਕਾਰਡ ਦੇ ਹੇਠਾਂ, ਜਦੋਂ ਇਹ 2 ਕਾਰਡ ਚੱਲਣਗੇ, ਸਲਾਈਡਿੰਗ ਕਾਰਡ ਦੇ ਹੇਠਾਂ ਆਉਣ ਵਾਲੇ ਬਿੰਦੂਆਂ ਨੂੰ हरे रंग के खाने के अंदर लिखांगे और बाहर कार्ड के बाहर दिखण वाले बिंदुआं नूं आपां गुलाबी रंग के खाने के अंदर लिखांगे। हुण आपां इसनूं शुरू करते हैं बच्चों, पढ़ते हैं, पहलां इन्हां नूं गिणदे हां। बिंदुआं की गिणती करांगे आपां। देखो इन्हां ने लिखिया कार्ड के हेठां
ਕਾਰਡ ਦੇ ਹੇਠਾਂ ਆਪਾਂ ਨੂੰ ਕੋਈ ਵੀ ਬਿੰਦੂ ਨਜ਼ਰ ਨਹੀਂ ਆ ਰਿਹਾ। ਜੋ ਵੀ ਬਿੰਦੂ ਦਿਖ ਰਹੇ ਹਨ ਸਾਰੇ ਬਿੰਦੂ ਆਪਾਂ ਨੂੰ ਕਾਰਡ ਦੇ ਬਾਹਰ ਦਿਖ ਰਹੇ ਹਨ। ਇਸ ਦਾ ਮਤਲਬ ਕਾਰਡ ਦੇ ਹੇਠਾਂ ਕੋਈ ਵੀ ਬਿੰਦੂ ਨਹੀਂ ਹੈ। ਜਿੱਥੇ ਕੋਈ ਵੀ ਬਿੰਦੂ ਨਹੀਂ ਹੈ ਉੱਥੇ ਆਪਾਂ ਕਿਸ ਦੀ ਵਰਤੋਂ ਕਰਦੇ ਹਾਂ? ਸਿਫਰ ਹੁੰਦਾ ਹੈ, ਜ਼ੀਰੋ ਹੁੰਦਾ ਹੈ। ਉਸ ਨੂੰ ਆਪਾਂ ਇਸ ਤਰ੍ਹਾਂ ਸਿਫਰ ਰੂਪ ਵਿੱਚ ਲਿਖਣਾ ਹੈ। ਕਾਰਡ ਦੇ ਹੇਠਾਂ ਬਿੰਦੂਆਂ ਦੀ ਜੋ ਗਿਣਤੀ ਹੈ ਉਹ ਜ਼ੀਰੋ ਹੈ, ਸਿਫਰ ਹੈ। ਕਾਰਡ ਦੇ ਬਾਹਰ ਦਿਖ ਰਹੇ ਬਿੰਦੂਆਂ ਨੂੰ ਆਪਾਂ ਗਿਣਦੇ ਹਾਂ 1 2 3 4 5। ਕਾਰਡ ਦੇ ਬਾਹਰ ਬਿੰਦੂਆਂ ਦੀ ਗਿਣਤੀ ਕਿੰਨੀ ਹੈ? 5। ਇਸ ਕਰਕੇ ਆਪਾਂ ਇਸ ਨੂੰ ਸੰਖਿਆ ਰੂਪ ਵਿੱਚ 5 ਲਿਖਾਂਗੇ। ਸੋ ਬੱਚਿਓ ਇੱਥੇ ਆਪਾਂ ਪਹਿਲੇ ਕਾਰਡ ਨੂੰ ਕਰਿਆ। ਹੁਣ ਦੂਸਰੇ ਕਾਰਡ ਤੇ ਆਪਾਂ ਚੱਲਦੇ ਹਾਂ। ਦੂਸਰੇ ਕਾਰਡ ਦੇ ਵਿੱਚ ਦੇਖ ਰਹੇ ਹੋ ਤੁਸੀਂ ਆਹ ਵਾਲਾ ਕਾਰਡ ਹੈ। ਇਸ ਦੇ ਕਾਰਡ ਦੇ ਉੱਪਰ ਹੁਣ ਕੁਝ ਬਿੰਦੂਆਂ ਨੂੰ ਦੂਸਰੇ ਸਲਾਈਡਿੰਗ ਕਾਰਡ ਨੇ ਢੱਕ ਲਿਆ ਹੈ। ਕਾਰਡ ਦੇ ਹੇਠਾਂ ਵੀ ਬਿੰਦੂ ਹਨ, ਉਹਨਾਂ ਨੂੰ ਆਪਾਂ ਗਿਣਦੇ ਹਾਂ। ਦੇਖੋ ਕਿੰਨੇ ਹਨ। ਪਹਿਲਾਂ ਬਾਹਰ ਵਾਲਿਆਂ ਨੂੰ ਗਿਣਨਾ ਸ਼ੁਰੂ ਕਰਾਂਗੇ। 1 2 3 4 ਤੇ 5। ਮਤਲਬ ਕਾਰਡ ਦੇ ਹੇਠਾਂ ਬਿੰਦੂਆਂ ਦੀ ਗਿਣਤੀ ਗਿਣਦੇ ਹੁਣ 1 2 ਕਿੰਨੀ ਹੈ? 2। 2 ਨੂੰ ਆਪਾਂ ਅੰਕ ਰੂਪ ਵਿੱਚ ਇੱਥੇ ਲਿਖ ਲੈਣਾ ਹੈ। ਕਾਰਡ ਦੇ ਬਾਹਰ ਬਿੰਦੂਆਂ ਦੀ ਗਿਣਤੀ ਕਿੰਨੀ ਹੈ? 1 2 3। 3 ਹੈ ਤਾਂ ਕਾਰਡ ਦੇ ਬਾਹਰ ਬਿੰਦੂਆਂ ਦੀ ਗਿਣਤੀ ਨੂੰ ਆਪਾਂ ਗੁਲਾਬੀ ਰੰਗ ਵਾਲੇ ਖਾਨੇ ਦੇ ਅੰਦਰ ਲਿਖ ਲੈਣਾ ਹੈ। ਇਸ ਦਾ ਬੱਚਿਓ ਘਟਾ ਰੂਪ ਦਾ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਇਹ ਘਟਾ ਹੋਈ ਹੈ? ਦੇਖੋ ਬਿੰਦੂਆਂ ਦੀ ਗਿਣਤੀ ਆਪਣੇ ਕੋਲੇ 5 ਸੀ। 5 ਬਿੰਦੂਆਂ ਵਿੱਚੋਂ 2 ਬਿੰਦੂ ਢੱਕ ਲਏ ਤਾਂ ਬਾਕੀ ਜਿਹੜੇ ਕਿ ਬਿੰਦੂ ਇੱਥੇ ਬਚੇ ਹੋਏ ਬਿੰਦੂ ਹਨ, ਰਹਿ ਗਏ ਹਨ, ਉਹ ਬਿੰਦੂ ਕਿੰਨੇ ਹਨ? 3। ਉਸ ਤੋਂ ਬਾਅਦ ਹੁਣ ਆਪਾਂ ਅਗਲੇ ਕਾਰਡ ਤੇ ਚੱਲਦੇ ਹਾਂ। ਅਗਲੇ ਕਾਰਡ ਪਰ ਤੁਸੀਂ ਦੇਖ ਰਹੇ ਹੋ ਕਿ ਆਪਾਂ ਨੂੰ ਕੋਈ ਵੀ ਬਿੰਦੂ ਨਜ਼ਰ ਨਹੀਂ ਆ ਰਿਹਾ। ਇਸ ਦਾ ਮਤਲਬ ਕਾਰਡ ਦੇ ਹੇਠਾਂ ਸਾਰੇ ਬਿੰਦੂ ਆ ਗਏ ਹਨ। ਕਾਰਡ ਦੇ ਹੇਠਾਂ ਬਿੰਦੂਆਂ ਦੀ ਗਿਣਤੀ ਨੂੰ ਗਿਣਦੇ ਹਾਂ 1 2 3 4 5। ਕਾਰਡ ਦੇ ਉੱਪਰ ਦਿਖਣ ਵਾਲੇ ਬਿੰਦੂ ਸਨ 5 ਔਰ ਕਾਰਡ ਦੇ ਹੇਠਾਂ ਆਉਣ ਵਾਲੇ ਬਿੰਦੂਆਂ ਦੀ ਗਿਣਤੀ ਵੀ ਕਿੰਨੀ ਹੈ? 5। ਇਸ ਨੂੰ ਆਪਾਂ ਅੰਕ ਰੂਪ ਵਿੱਚ ਲਿਖਾਂਗੇ। ਕਾਰਡ ਦੇ ਬਾਹਰ ਕੋਈ ਵੀ ਬਿੰਦੂ ਨਜ਼ਰ ਨਹੀਂ ਆ ਰਿਹਾ ਹੈ। ਜਿੱਥੇ ਕੋਈ ਵੀ ਬਿੰਦੂ ਨਜ਼ਰ ਨਹੀਂ ਆਉਂਦਾ ਉੱਥੇ ਆਉਂਦਾ ਹੈ ਸਿਫਰ, ਜਿਸ ਨੂੰ ਆਪਾਂ 0 ਵੀ ਆਖਦੇ ਹਾਂ। ਸੋ ਇਸ ਤਰੀਕੇ ਨਾਲ ਅਗਰ ਆਪਣੇ ਕੋਲੇ 5 ਬਿੰਦੂ ਸਨ, 5 ਬਿੰਦੂ ਹੀ ਕਾਰਡ ਦੇ ਹੇਠਾਂ ਆ ਗਏ, ਆਪਣੇ ਕੋਲੇ ਰਹਿ ਗਏ ਬਿੰਦੂ ਕਿੰਨੇ ਹਨ? 0। ਠੀਕ ਹੈ ਬੱਚਿਓ। ਤੋਂ 5 ਵਿੱਚੋਂ ਅਗਰ ਆਪਾਂ 5 ਘਟਾ ਦਈਏ ਤਾਂ 0 ਉੱਤਰ ਆਉਂਦਾ ਹੈ। ਉਸ ਤੋਂ ਅਗਲੇ ਕਾਰਡਾਂ ਦੇ ਉੱਪਰ ਚੱਲਦੇ ਹਾਂ ਆਪਾਂ। ਇਸ ਨੂੰ ਆਪਾਂ ਦੇਖ ਰਹੇ ਹਾਂ। ਹੁਣ ਜੋ ਕਾਰਡ ਆਪਾਂ ਨੂੰ ਦਿਖ ਰਿਹਾ ਹੈ ਆਹ ਵਾਲਾ ਕਾਰਡ ਹੈ। ਇਸ ਦੇ ਉੱਪਰ ਵੀ ਆਪਾਂ ਕੀ ਦੇਖ ਰਹੇ ਹਾਂ ਕਿ ਕਾਰਡ ਦੇ ਹੇਠਾਂ 20 ਬਿੰਦੂ ਹੈ। ਕਿੰਨੇ ਹਨ? ਗਿਣਦੇ ਹਾਂ 1 2 3 4। ਇੱਥੇ ਬਿੰਦੂ 1 ਹੈ 5। ਇਸ ਦਾ ਮਤਲਬ ਇੱਕ ਬਿੰਦੂ ਕਾਰਡ ਦੇ ਹੇਠਾਂ ਹੈ। 1 2 3 4 4 ਬਿੰਦੂ ਕਾਰਡ ਤੋਂ ਬਾਹਰ ਨਜ਼ਰ ਆ ਰਹੇ ਹਨ। ਇਸ ਦਾ ਮਤਲਬ 5 ਬਿੰਦੂਆਂ ਵਿੱਚੋਂ ਇੱਕ ਬਿੰਦੂ ਕਾਰਡ ਦੇ ਹੇਠਾਂ ਆ ਗਿਆ ਤੇ ਕਾਰਡ ਦੇ ਬਾਹਰ ਦਿਖਣ ਵਾਲੇ ਬਿੰਦੂਆਂ ਦੀ ਗਿਣਤੀ 4 ਹੈ। ਇਸੇ ਤਰੀਕੇ ਨਾਲ 5 ਦੇ ਵਿੱਚੋਂ ਅਗਰ 1 ਘਟਾ ਦਿੱਤਾ ਜਾਵੇ ਤਾਂ 4 ਉੱਤਰ ਆਉਂਦਾ ਹੈ। ਉਸ ਤੋਂ ਬਾਅਦ ਹੈ ਬੱਚਿਓ ਅਗਲਾ। ਇਸ ਦੇ ਅੰਦਰ ਕਾਰਡ ਦੇ ਰੱਖੇ ਹਨ, ਦੇਖ ਰਹੇ ਤੁਸੀਂ। ਬਿੰਦੂ ਆਪਾਂ ਗਿਣਾਂਗੇ 1 2 3 4 ਤੇ 5। ਹੁਣ ਕਾਰਡ ਦੇ ਹੇਠਾਂ ਆਉਣ ਵਾਲੇ ਬਿੰਦੂਆਂ ਦੀ ਗਿਣਤੀ ਗਿਣਦੇ ਹਾਂ 1 2 3 4। 4 ਬਿੰਦੂ ਕਾਰਡ ਦੇ ਹੇਠਾਂ ਆ ਗਏ ਹਨ। ਇੱਕ ਬਿੰਦੂ ਕਾਰਡ ਤੋਂ ਬਾਹਰ ਨਜ਼ਰ ਆ ਰਿਹਾ ਹੈ। ਇਸ ਦਾ ਮਤਲਬ 5 ਬਿੰਦੂਆਂ ਵਿੱਚੋਂ 4 ਬਿੰਦੂਆਂ ਨੂੰ ਢੱਕ ਲਿਆ ਗਿਆ ਹੈ ਕਾਰਡ ਦੇ ਹੇਠਾਂ। ਇੱਕ ਬਿੰਦੂ ਜਿਹੜਾ ਹੈ ਉਹ ਬਾਹਰ ਦਿਖ ਰਿਹਾ ਹੈ ਆਪਾਂ ਨੂੰ। ਇਸ ਤਰੀਕੇ ਅਗਰ 5 ਵਿੱਚੋਂ 4 ਘਟਾ ਦਿੱਤਾ ਜਾਵੇ ਤਾਂ ਬੱਚਿਓ ਕਿੰਨਾ ਬਚਦਾ ਹੈ? 1 ਬਚਦਾ ਹੈ। ਅਗਲੇ ਕਾਰਡ ਤੇ ਚੱਲਦੇ ਹਾਂ। ਹੁਣ ਇਸ ਦੇ ਉੱਪਰ ਵੀ ਆਪਾਂ ਦੇਖ ਰਹੇ ਹਾਂ ਬਾਹਰ ਦਿਖ ਰਹੇ ਬਿੰਦੂ ਹਨ 1 2 3 4 5। ਹੁਣ ਕਾਰਡ ਦੇ ਹੇਠਾਂ ਬਿੰਦੂਆਂ ਦੀ ਗਿਣਤੀ 1 2 3। ਕਿੰਨੇ ਬਿੰਦੂ ਆ ਗਏ ਬੱਚਿਓ ਹੇਠਾਂ? 3। ਬਾਹਰ ਦਿਖ ਰਹੇ ਬਿੰਦੂ 1 2।
ਬਾਹਰ ਦਿਖ ਰਹੇ ਬਿੰਦੂਆਂ ਦੀ ਗਿਣਤੀ ਹੈ 2। ਇਸ ਤਰੀਕੇ ਨਾਲ ਆਪਣੇ ਕੋਲੇ 5 ਬਿੰਦੂ ਸਨ, ਜਿਸ ਵਿੱਚੋਂ 3 ਕਾਰਡ ਦੇ ਹੇਠਾਂ ਆ ਗਏ। ਬਾਹਰ ਦਿਖ ਰਹੇ ਬਿੰਦੂਆਂ ਦੀ ਗਿਣਤੀ ਕਿੰਨੀ ਹੈ 2। 5 ਵਿੱਚੋਂ ਅਗਰ ਆਪਾਂ 3 ਘਟਾ ਦਈਏ ਤਾਂ ਆਪਣੇ ਕੋਲੇ ਉੱਤਰ ਬਚਦਾ ਹੈ ਆਉਂਦਾ ਹੈ 2। ਠੀਕ ਹੈ ਬੱਚਿਓ, ਇਸ ਤਰੀਕੇ ਨਾਲ ਤੁਸੀਂ ਇਹਨਾਂ ਕਾਰਡਾਂ ਦੀ ਮਦਦ ਨਾਲ ਜੋੜ ਅਤੇ ਘਟਾ ਨੂੰ ਕਰਨਾ ਹੈ। ਓਕੇ, ਥੈਂਕ ਯੂ, ਧੰਨਵਾਦ। Hello children, today we are going to match the capital letters with the small letters. Children, here we have some capital letters in the first row and the small letters in the second row, and we have to match capital letters with the small letters. Let's read all these letters. F, A, H, B, E, G. A, H, B, F, G, E. Now we will match capital letters with the small letters. First we have F. Now here find out where is F. Yes, here it is. We will match capital F with small f. Okay. Now next A. Where is A? Yes, here it is. We will match A, capital A with small a. Next is H. Where is H? Yes, here it is. We will match H with small h. Next is B. Now where is B? Yes, here it is. We will match capital B with small b. Next E. Where is E? Yes, match E with small e. Now last one is G. Where is G? Yes, here it is. Okay. Children, now let's match again. A, B, B, C, C, D, D, E, E, F, F, G, G. Last one, H, H. Children, that's all for today. दूसरी जमात दे नन्हे मुन्ने प्यारे बच्चियों सत श्री अकाल। प्यारे बच्चियों, जिवें कि तुसीं सारियां मात्रावां कर चुके हो ते हुण वारी है लगाखरां दी। किन्ने हुंदे हन लगाखर ते किहड़े-किहड़े लगाखर हन? नहीं पता? मैं दसदी हां बच्चियों, लगाखर
ਤਿੰਨ ਹੁੰਦੇ ਹਨ, ਅੱਧਕ, ਟਿੱਪੀ, ਬਿੰਦੀ। ਠੀਕ ਹੈ ਬੱਚਿਓ, ਤੇ ਅੱਜ ਅਸੀਂ ਜਿਸ ਲਗਾਖਰ ਬਾਰੇ ਗੱਲ ਕਰਾਂਗੇ ਉਹ ਹੈ ਅੱਧਕ। ਤੇ ਆਓ ਫਿਰ ਅੱਧਕ ਨਾਲ ਸੰਬੰਧਿਤ ਸ਼ਬਦਾਂ ਦਾ ਅਭਿਆਸ ਕਰਦੇ ਹਾਂ। ਹਾਂਜੀ ਬੱਚਿਓ, ਕਿਸੇ ਅੱਖਰ ਉੱਤੇ ਦਬਾਅ ਵਧਾਉਣ ਲਈ ਅੱਧਕ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਹੈ ਅੱਖ। ਅੱਖਾਂ ਨਾਲ ਬੱਚਿਓ ਅਸੀਂ ਕੀ ਕਰਦੇ ਹਾਂ? ਅੱਖ ਨਾਲ ਅਸੀਂ ਦੇਖਦੇ ਹਾਂ, ਪੜ੍ਹਦੇ ਹਾਂ। ਹੁਣ ਦੇਖੋ ਤੁਸੀਂ ਇਸ ਨੂੰ, ਇਹ ਹੈ ਹੱਥ। ਤੇ ਹੱਥਾਂ ਨਾਲ ਪਿਆਰੇ ਬੱਚਿਓ ਤੁਸੀਂ ਸੋਹਣਾ ਸੋਹਣਾ ਲਿਖਦੇ ਹੋ, ਬਹੁਤ ਸਾਰੇ ਕੰਮ ਵੀ ਕਰਦੇ ਹੋ। ਹੁਣ ਅਸੀਂ ਇਸ ਨੂੰ ਦੇਖਦੇ ਹਾਂ। ਇਹ ਕੀ ਹੈ ਬੱਚਿਓ? ਇਹ ਹੈ ਪੱਖਾ। ਪੱਖਾ, ਪੱਖਾ ਸਾਨੂੰ ਗਰਮੀਆਂ ਵਿੱਚ ਠੰਡੀ ਠੰਡੀ ਹਵਾ ਦਿੰਦਾ ਹੈ। ਹੁਣ ਤੁਸੀਂ ਦੇਖੋ ਇਹ ਕੀ ਹੈ ਪਿਆਰੇ ਬੱਚਿਓ? ਹਾਂਜੀ, ਇਹ ਹੈ ਦੁੱਧ। ਦੁੱਧ ਪੀ ਕੇ ਜਲਦੀ ਜਲਦੀ ਵੱਡੇ ਹੋ ਜਾਈਦਾ ਹੈ। ਹੁਣ ਦੇਖੋ ਇਹ ਕਿਸ ਦੀ ਛਾਵੇਂ ਬੈਠੇ ਹਨ? ਇਹ ਹੈ ਰੁੱਖ। ਕੀ ਹੈ? ਰੁੱਖ। ਬੱਚਿਓ ਰੁੱਖਾਂ ਨਾਲ ਪਿਆਰ ਕਰਨਾ ਚਾਹੀਦਾ ਹੈ, ਉਹਨਾਂ ਨੂੰ ਵੱਢਣਾ ਨਹੀਂ ਚਾਹੀਦਾ। ਹੁਣ ਦੇਖੋ ਇਹ ਕੀ ਆ ਗਏ ਹਨ? ਹਾਂਜੀ, ਆ ਗਏ ਬੱਦਲ। ਬੱਦਲ, ਬੱਦਲ ਜਦੋਂ ਵਰਦੇ ਹਨ ਤਾਂ ਮੀਂਹ ਪੈਂਦਾ ਹੈ। ਪਿਆਰੇ ਬੱਚਿਓ ਇਸ ਨੂੰ ਦੇਖੋ, ਇਹ ਹੈ ਬੱਕਰੀ। ਬੱਕਰੀ ਘਰ ਵਿੱਚ ਪਾਲੀ ਜਾਂਦੀ ਹੈ। ਪਿਆਰੇ ਬੱਚਿਓ ਹੁਣ ਤੁਸੀਂ ਇਸ ਨੂੰ ਦੇਖੋ, ਇਹ ਹੈ ਰੱਖੜੀ। ਰੱਖੜੀ, ਤੇ ਜਦੋਂ ਰੱਖੜੀ ਦਾ ਦਿਨ ਹੁੰਦਾ ਹੈ ਭੈਣਾਂ ਆਪਣੇ ਵੀਰ ਦੇ ਗੁੱਟ ਦੇ ਉੱਤੇ ਰੱਖੜੀ ਸਜਾਉਂਦੀਆਂ ਹਨ। ਇਹ ਦੇਖੋ ਬੱਚਿਓ ਇਹ ਕਿਸ ਨੂੰ ਕੱਟ ਰਹੇ ਹਨ? ਇਹ ਕੀ ਹੈ? ਇਹ ਹੈ ਲੱਕੜ। ਕੀ ਹੈ? ਲੱਕੜ। ਪਿਆਰੇ ਬੱਚਿਓ ਲੱਕੜ ਨੂੰ ਕੱਟ ਕੇ ਬਹੁਤ ਵਧੀਆ ਫਰਨੀਚਰ ਬਣਦਾ ਹੈ। ਹੁਣ ਦੇਖੋ, ਹਾਂਜੀ ਬੱਚਿਓ ਤੁਸੀਂ ਸਾਰੇ ਅੱਧਕ ਵਾਲੇ ਸ਼ਬਦ ਕਰ ਲਏ ਹਨ, ਤੇ ਹੁਣ ਤੁਹਾਡਾ ਘਰ ਦਾ ਕੰਮ ਹੈ ਇਹਨਾਂ ਸਾਰੇ ਸ਼ਬਦਾਂ ਦੀ ਦੁਹਰਾਈ ਕਰਨੀ ਤੇ ਇਹਨਾਂ ਨੂੰ ਸੋਹਣੀ ਸੋਹਣੀ ਲਿਖਾਈ ਵਿੱਚ ਆਪਣੀਆਂ ਕਾਪੀਆਂ ਉੱਤੇ ਲਿਖਣਾ। ਦੂਜੀ ਜਮਾਤ ਦੇ ਪਿਆਰੇ ਪਿਆਰੇ ਬੱਚਿਓ, ਅੱਜ ਅਸੀਂ ਖੇਡ ਵਿੱਚ ਵੱਧਦੇ ਕ੍ਰਮ ਅਤੇ ਘਟਦੇ ਕ੍ਰਮ ਬਾਰੇ ਸਿੱਖਾਂਗੇ। ਆਓ ਫਿਰ ਸਿੱਖੀਏ। ਮੈਂ ਉੱਪਰ ਵੱਲ ਜਾ ਰਿਹਾ ਹਾਂ। ਮੈਂ ਉੱਪਰ ਵੱਲ ਜਾ ਰਿਹਾ ਹਾਂ। ਮੈਂ ਉੱਪਰ ਵੱਲ ਜਾ ਰਿਹਾ ਹਾਂ। ਮੈਂ ਹੇਠਾਂ ਵੱਲ ਆ ਰਿਹਾ ਹਾਂ। ਮੈਂ ਹੇਠਾਂ ਵੱਲ ਆ ਰਿਹਾ ਹਾਂ। ਮੈਂ ਹੇਠਾਂ ਵੱਲ ਆ ਰਿਹਾ ਹਾਂ। ਅੱਗੇ ਵਧਦਾ ਜਾਵਾਂ, ਪੌੜੀਆਂ ਚੜ ਕਦਮ ਵਧਾਵਾਂ, ਸਿੱਧੀ ਗਿਣਤੀ ਗਿਣਦਾ ਜਾਵਾਂ। ਅੱਗੇ ਵਧਦਾ ਜਾਵਾਂ, ਸਿੱਧੀ ਗਿਣਤੀ ਗਿਣਦਾ ਜਾਵਾਂ। ਅੱਗੇ ਵਧਦਾ ਜਾਵਾਂ, ਅੱਗੇ ਵਧਦਾ ਜਾਵਾਂ। ਪੌੜੀਆਂ ਹੁਣ ਹੇਠਾਂ ਆਵਾਂ, ਘਰ ਵੱਲ ਜਾਵਾਂ। ਉੱਠੀ ਗਿਣਤੀ ਗਿਣਦਾ ਜਾਵਾਂ, ਹੇਠਾਂ ਵੱਲ ਉਤਰਦਾ ਜਾਵਾਂ। ਉੱਠੀ ਗਿਣਤੀ ਗਿਣਦਾ ਜਾਵਾਂ, ਹੇਠਾਂ ਵੱਲ ਉਤਰਦਾ ਜਾਵਾਂ। ਹੇਠਾਂ ਵੱਲ ਉਤਰਦਾ ਜਾਵਾਂ। 10 11 12 13
ਹੁੰਦੇ 11, 11 ਤੋਂ ਵੱਧ 12, 12 ਤੋਂ ਵੱਧ ਹੁੰਦੇ 13, 13 ਤੋਂ ਵੱਧ 14, 14 ਤੋਂ ਵੱਧ ਹੁੰਦੇ 15, 15 ਤੋਂ ਵੱਧ 16, 16 ਤੋਂ ਵੱਧ 17, 17 ਤੋਂ ਵੱਧ 18, 18 ਤੋਂ ਵੱਧ ਹੁੰਦੇ 19, 19 ਤੋਂ ਵੱਧ 20, 19 ਤੋਂ ਵੱਧ 20, 20 ਤੋਂ ਘੱਟ ਹੁੰਦੇ 19, 19 ਤੋਂ ਘੱਟ 18, 18 ਤੋਂ ਘੱਟ ਹੁੰਦੇ 17, 17 ਤੋਂ ਘੱਟ 16, 16 ਤੋਂ ਘੱਟ ਹੁੰਦੇ 15, 15 ਤੋਂ ਘੱਟ 14, 14 ਤੋਂ ਘੱਟ ਹੁੰਦੇ 13, 13 ਤੋਂ ਘੱਟ 12, 12 ਤੋਂ ਘੱਟ ਹੁੰਦੇ 11, 11 ਤੋਂ ਘੱਟ 10। ਪਹਿਲਾਂ ਸਭ ਤੋਂ ਛੋਟੀ ਸੰਖਿਆ ਫਿਰ ਉਸ ਤੋਂ ਵੱਡੀ ਆਉਂਦੀ ਜਾਵੇ, ਇਹ ਕ੍ਰਮ ਹੀ ਬੱਚਿਓ ਵੱਧਦਾ ਕ੍ਰਮ ਅਖਵਾਏ, ਇਹ ਕ੍ਰਮ ਹੀ ਬੱਚਿਓ ਵੱਧਦਾ ਕ੍ਰਮ ਅਖਵਾਏ। ਪਹਿਲਾਂ ਸਭ ਤੋਂ ਵੱਡੀ ਸੰਖਿਆ ਫਿਰ ਉਸ ਤੋਂ ਛੋਟੀ ਛੋਟੀ ਆਉਂਦੀ ਜਾਏ, ਇਹ ਕ੍ਰਮ ਹੀ ਬੱਚਿਓ ਘਟਦਾ ਕ੍ਰਮ ਅਖਵਾਏ, ਇਹ ਕ੍ਰਮ ਹੀ ਬੱਚਿਓ ਘਟਦਾ ਕ੍ਰਮ ਅਖਵਾਏ। Hello kids, let's learn about vowel sound A. Today we are going to learn some words with sound ek. Let's read. K, ek, cake, cake. B, ek, bake, bake. M, ek, make, make. T, ek. Now let's read some words with sound M. N, aim, name, name. G, aim, game, game. G, aim, game, game. S, aim, same, same. Let's read again. K, ek, cake, cake. B, ek, bake, bake. M, ek, make, make. T, ek, take, take. Kids, let's read some words with sound aim. N, aim, name, name.
What is your name? Aim. Game. Game. Aim. Game. Game. Aim. Same. Same. Let's read once again words with sound ache. Cake. Wake. Make. Take. Read words with sound aim. Name. Game. Game. Same. It's time for homework. Kids, write down these words in your notebook. Keep learning. Thank you. ਜਮਾਤ ਤੀਜੀ ਵਿਸ਼ਾ ਪੰਜਾਬੀ। ਰੇਲ ਗੱਡੀ ਆਈ, ਵੇਖੋ ਰੇਲ ਗੱਡੀ ਆਈ, ਗੱਡੀ ਅਸੀਂ ਸਾਰਿਆਂ ਨੇ ਆਪ ਹੀ ਬਣਾਈ। ਪਿਆਰੇ ਬੱਚਿਓ, ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਦਾ ਪਾਠ ਨੰਬਰ 6 ਰੇਲ ਗੱਡੀ ਆਈ, ਜੋ ਕਿ ਇੱਕ ਕਵਿਤਾ ਹੈ। ਅੱਜ ਅਸੀਂ ਇਸ ਕਵਿਤਾ ਦੀਆਂ ਸਤਰਾਂ ਪੜ੍ਹ ਕੇ ਕੁਝ ਆਸਾਨ ਜਿਹੇ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ। ਚਲੋ ਸ਼ੁਰੂ ਕਰਦੇ ਹਾਂ। ਗੱਡੀ ਅਸੀਂ ਸਾਰਿਆਂ ਨੇ ਆਪ ਹੀ ਬਣਾਈ। ਪ੍ਰਸ਼ਨ, ਖੇਡਣ ਵੇਲੇ ਰੇਲ ਗੱਡੀ ਕਿਹਨਾਂ ਨੇ ਬਣਾਈ? ਪਿਆਰੇ ਬੱਚਿਓ, ਕਵਿਤਾ ਦੀਆਂ ਸਤਰਾਂ ਹਨ, ਗੱਡੀ ਅਸੀਂ ਸਾਰਿਆਂ ਨੇ ਆਪ ਹੀ ਬਣਾਈ। ਅਸੀਂ ਸਾਰਿਆਂ ਨੇ ਤੋਂ ਭਾਵ ਹੈ ਕਿ ਬੱਚਿਆਂ ਨੇ ਮਿਲ ਕੇ ਰੇਲ ਗੱਡੀ ਬਣਾਈ। ਸੋ ਸਾਡਾ ਉੱਤਰ ਕੀ ਹੋਵੇਗਾ? ਹਾਂਜੀ, ਸਾਡਾ ਉੱਤਰ ਹੈ ਖੇਡਣ ਵੇਲੇ ਰੇਲ ਗੱਡੀ ਬੱਚਿਆਂ ਨੇ ਆਪ ਹੀ ਬਣਾਈ। ਅਗਲੀਆਂ ਸਤਰਾਂ ਵੱਲ ਵਧਦੇ ਹਾਂ। ਇੰਜਣ ਦੀ ਥਾਂ ਅਸੀਂ ਤੇਜੇ ਨੂੰ ਖੜਾਇਆ, ਛੋਟੀ ਰੇਸ਼ਮਾਂ ਦਾ ਡੱਬਾ ਗਾਰਡ ਦਾ ਬਣਾਇਆ। ਪ੍ਰਸ਼ਨ, ਰੇਲ ਗੱਡੀ ਦਾ ਇੰਜਣ ਅਤੇ ਗਾਰਡ ਕਿਸ ਕਿਸ ਨੂੰ ਬਣਾਇਆ ਗਿਆ? ਪਿਆਰੇ ਬੱਚਿਓ, ਇਹ ਰੇਲ ਗੱਡੀ ਦਾ ਇੰਜਣ ਹੈ। ਇਸ ਤੋਂ ਬਿਨਾਂ ਰੇਲ ਗੱਡੀ ਨਹੀਂ ਚੱਲ ਸਕਦੀ। ਅਤੇ ਇਹ ਤਸਵੀਰ ਰੇਲ ਗੱਡੀ ਦੇ ਗਾਰਡ ਦੀ ਹੈ। ਇਹ ਹਰੀ ਝੰਡੀ ਦਿਖਾ ਕੇ ਰੇਲ ਗੱਡੀ ਦੇ ਚੱਲਣ ਦਾ ਇਸ਼ਾਰਾ ਕਰ ਰਿਹਾ ਹੈ। ਅਸੀਂ ਆਪਣੇ ਪ੍ਰਸ਼ਨ ਵੱਲ ਚੱਲਦੇ ਹਾਂ। ਰੇਲ ਗੱਡੀ ਦਾ ਇੰਜਣ ਅਤੇ ਗਾਰਡ ਕਿਸ ਕਿਸ ਨੂੰ ਬਣਾਇਆ ਗਿਆ? ਕਵਿਤਾ ਦੀਆਂ ਸਤਰਾਂ ਹਨ, ਇੰਜਣ ਦੀ ਥਾਂ ਅਸੀਂ ਤੇਜੇ ਨੂੰ ਖੜਾਇਆ, ਭਾਵ ਤੇਜਾ ਰੇਲ ਗੱਡੀ ਦਾ ਇੰਜਣ ਬਣਿਆ। ਛੋਟੀ ਰੇਸ਼ਮਾਂ ਦਾ ਡੱਬਾ ਗਾਰਡ ਦਾ ਬਣਾਇਆ, ਭਾਵ ਰੇਸ਼ਮਾ ਰੇਲ ਗੱਡੀ ਦਾ ਗਾਰਡ ਬਣੀ ਸੀ। ਸੋ ਸਾਡਾ ਉੱਤਰ ਕੀ ਹੋਵੇਗਾ? ਹਾਂਜੀ, ਸਾਡਾ ਉੱਤਰ ਹੈ ਰੇਲ ਗੱਡੀ ਦਾ ਇੰਜਣ ਤੇਜੇ ਨੂੰ ਅਤੇ ਗਾਰਡ ਰੇਸ਼ਮਾ ਨੂੰ ਬਣਾਇਆ ਗਿਆ। ਦੇਵਕੀ ਦੇ ਪਿੱਛੇ ਗਈ ਮਿੰਦਰੋ ਖਿਲਾਰੀ, ਫੇਰ ਜਾ ਕੇ ਆਈ ਰੌਣਕੀ ਦੀ ਵਾਰੀ। ਪ੍ਰਸ਼ਨ, ਦੇਵਕੀ ਦੇ ਪਿੱਛੇ ਕੌਣ ਖੜਾ ਹੋਇਆ? ਪਿਆਰੇ ਬੱਚਿਓ, ਪਹਿਲੀ ਹੀ ਲਾਈਨ ਦੇ ਵਿੱਚ ਲਿਖਿਆ ਹੈ ਦੇਵਕੀ ਦੇ ਪਿੱਛੇ ਗਈ ਮਿੰਦਰੋ ਖਿਲਾਰੀ, ਭਾਵ ਸਾਡਾ ਉੱਤਰ ਕੀ ਹੈ? ਦੇਵਕੀ ਦੇ ਪਿੱਛੇ ਮਿੰਦਰੋ ਖੜੀ ਹੋਈ। ਅਗਲੀਆਂ ਸਤਰਾਂ ਹਨ, ਜਦੋਂ ਅਸੀਂ ਫੜੇ ਇੱਕ ਦੂਸਰੇ ਦੇ ਝੱਗੇ, ਬਣ ਗਈ ਕਤਾਰ ਸਾਡੀ ਗੱਡੀ ਵਾਂਗ ਲੱਗੇ। ਪ੍ਰਸ਼ਨ, ਬੱਚਿਆਂ ਨੇ ਕੀ ਫੜ ਕੇ ਕਤਾਰ ਬਣਾਈ? ਹਾਂਜੀ, ਜਦੋਂ ਅਸੀਂ ਫੜੇ ਇੱਕ ਦੂਸਰੇ ਦੇ ਝੱਗੇ। ਬੇਟਾ ਬਿਲਕੁਲ ਸਾਫ਼ ਹੈ, ਸਾਡਾ ਉੱਤਰ ਕੀ ਹੋਵੇਗਾ? ਬੱਚਿਆਂ ਨੇ ਇੱਕ ਦੂਸਰੇ ਦੇ ਝੱਗੇ ਫੜ ਕੇ ਕਤਾਰ ਬਣਾਈ। ਗਾਰਡ ਬਣ ਰੇਸ਼ਮਾ ਨੇ ਝੰਡੀ ਨੂੰ ਹਿਲਾਇਆ, ਕੂਕ ਮਾਰ ਤੇਜੇ ਨੇ ਗੱਡੀ ਨੂੰ ਭਜਾਇਆ। ਪ੍ਰਸ਼ਨ, ਝੰਡੀ ਨੂੰ ਕਿਸ ਨੇ ਹਿਲਾਇਆ? ਹਾਂਜੀ ਬੇਟਾ, ਗਾਰਡ ਬਣ ਰੇਸ਼ਮਾ ਨੇ ਝੰਡੀ ਨੂੰ ਹਿਲਾਇਆ। ਹਾਂਜੀ, ਰੇਸ਼ਮਾ ਨੇ ਝੰਡੀ ਨੂੰ ਹਿਲਾਇਆ ਸੀ, ਇਸ ਲਈ ਸਾਡਾ ਉੱਤਰ ਕੀ ਹੈ? ਰੇਸ਼ਮਾ ਨੇ ਝੰਡੀ ਨੂੰ ਹਿਲਾਇਆ। ਪਿਆਰੇ ਬੱਚਿਓ, ਅੱਜ ਆਪਾਂ ਕਵਿਤਾ ਦੀਆਂ ਸਤਰਾਂ ਨੂੰ ਪੜ੍ਹ ਕੇ ਕੁਝ ਆਸਾਨ ਜਿਹੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਸੁੰਦਰ ਲਿਖਾਈ ਦੇ ਵਿੱਚ ਆਪਣੀ ਕਾਪੀ ਉੱਤੇ ਨੋਟ ਕਰਨਾ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ ਪਿਆਰੇ ਪਿਆਰੇ ਬੱਚਿਓ। ਅੱਜ ਆਪਾਂ ਆਪਣਾ ਨਵਾਂ ਅਧਿਆਇ ਸ਼ੁਰੂ ਕਰਨ ਜਾ ਰਹੇ ਹਾਂ। ਅਧਿਆਇ 2 ਜੋੜ ਘਟਾਓ। ਪਰ ਇਹ ਅਧਿਆਇ
ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਦੂਜੀ ਵਿੱਚ ਕੀਤੀ ਜੋੜ ਘਟਾਓ ਦੀ ਦੁਹਰਾਈ ਕਰਾਂਗੇ। ਤੇ ਦੁਹਰਾਈ ਕਿਵੇਂ ਕਰਾਂਗੇ? ਹੱਥਾਂ ਦੀਆਂ ਉਂਗਲਾਂ ਨਾਲ। ਆਓ ਦੁਹਰਾਈਏ। ਬੱਚਿਓ ਆਪਣਾ ਇੱਕ ਹੱਥ ਅੱਗੇ ਰੱਖੋ, ਸ਼ਾਬਾਸ਼। ਇਸ ਹੱਥ ਦੀਆਂ 5 ਖੜੀਆਂ ਉਂਗਲਾਂ। ਹੁਣ ਦੂਜਾ ਹੱਥ ਵੀ ਰੱਖੋ, ਇਸ ਹੱਥ ਦੀਆਂ ਵੀ 5 ਖੜੀਆਂ ਉਂਗਲਾਂ। ਤਾਂ ਦੇਖੋ ਬੱਚਿਓ ਆਪਣੇ ਕੋਲ 5 ਖੜੀਆਂ ਉਂਗਲਾਂ ਇਸ ਹੱਥ ਦੀਆਂ ਤੇ 5 ਖੜੀਆਂ ਉਂਗਲਾਂ ਇਸ ਹੱਥ ਦੀਆਂ। ਕਿੰਨੀਆਂ ਹੋ ਗਈਆਂ ਬੱਚਿਓ? 10 ਖੜੀਆਂ ਉਂਗਲਾਂ। ਆਪਣੇ ਹੱਥ ਦੀਆਂ 2 ਉਂਗਲਾਂ ਮੋੜੋ ਬੱਚਿਓ, ਸ਼ਾਬਾਸ਼। ਹੁਣ ਆਪਣੇ ਕੋਲ ਕਿੰਨੀਆਂ ਉਂਗਲਾਂ ਮੁੜੀਆਂ ਬੱਚਿਓ? 2। ਆਪਾਂ ਕੀ ਕੀਤਾ ਹੈ? 10 ਖੜੀਆਂ ਉਂਗਲਾਂ ਦੇ ਵਿੱਚੋਂ 2 ਉਂਗਲਾਂ ਨੂੰ ਮੋੜ ਲਿਆ। ਆਓ ਦੇਖੀਏ ਹੁਣ ਆਪਣੇ ਕੋਲ ਖੜੀਆਂ ਉਂਗਲਾਂ ਕਿੰਨੀਆਂ ਰਹਿ ਗਈਆਂ? 1 2 3 4 5 6 7 8। ਮਤਲਬ ਕਿ 10 ਵਿੱਚੋਂ 2 ਕੱਟੇ 8। ਦੇਖੋ ਬੱਚਿਓ ਹੁਣ ਆਪਣੇ ਕੋਲ 2 ਮੁੜੀਆਂ ਉਂਗਲਾਂ ਨੇ ਤੇ 8 ਖੜੀਆਂ ਉਂਗਲਾਂ। ਜੇਕਰ ਆਪਾਂ 8 ਖੜੀਆਂ ਉਂਗਲਾਂ ਦੇ ਵਿੱਚ ਆਪਣੀਆਂ 2 ਮੁੜੀਆਂ ਉਂਗਲਾਂ ਨੂੰ ਮਿਲਾ ਦਈਏ ਤਾਂ ਕਿੰਨੀਆਂ ਹੋ ਗਈਆਂ? 10 ਉਂਗਲਾਂ। ਹਾਂ ਤਾਂ ਬੱਚਿਓ ਆਪਣੀਆਂ 3 ਉਂਗਲਾਂ ਨੂੰ ਮੋੜੋ, ਸ਼ਾਬਾਸ਼। ਹੁਣ ਦੇਖੋ ਜਦੋਂ ਆਪਾਂ 10 ਖੜੀਆਂ ਉਂਗਲਾਂ ਦੇ ਵਿੱਚੋਂ ਆਪਣੀਆਂ 3 ਉਂਗਲਾਂ ਨੂੰ ਮੋੜ ਲਿਆ ਤਾਂ ਦੇਖੀਏ ਖੜੀਆਂ ਕਿੰਨੀਆਂ ਰਹਿ ਗਈਆਂ? 1 2 3 4 5 6 7। ਆਪਣੇ ਕੋਲ 7 ਖੜੀਆਂ ਉਂਗਲਾਂ ਰਹਿ ਗਈਆਂ। ਹਾਂ ਤਾਂ ਬੱਚਿਓ ਹੁਣ ਆਪਣੇ ਕੋਲ 7 ਉਂਗਲਾਂ ਖੜੀਆਂ ਨੇ ਤੇ 3 ਉਂਗਲਾਂ ਮੁੜੀਆਂ। ਹੁਣ ਦੇਖੋ ਜੇ ਆਪਾਂ 7 ਖੜੀਆਂ ਉਂਗਲਾਂ ਦੇ ਵਿੱਚ 3 ਮੁੜੀਆਂ ਉਂਗਲਾਂ ਨੂੰ ਮਿਲਾ ਦਈਏ ਤਾਂ ਆਪਣੇ ਕੋਲ ਫਿਰ ਕਿੰਨੀਆਂ ਉਂਗਲਾਂ ਹੋ ਗਈਆਂ? 10 ਖੜੀਆਂ ਉਂਗਲਾਂ। ਬੱਚਿਓ ਹੁਣ ਆਪਣੀਆਂ 4 ਉਂਗਲਾਂ ਨੂੰ ਮੋੜੋ, ਸ਼ਾਬਾਸ਼। ਆਪਾਂ ਕੀ ਕੀਤਾ ਬੱਚਿਓ? ਆਪਣੀਆਂ 10 ਖੜੀਆਂ ਉਂਗਲਾਂ ਦੇ ਵਿੱਚੋਂ ਆਪਾਂ 4 ਉਂਗਲਾਂ ਨੂੰ ਮੋੜ ਲਿਆ। ਆਓ ਦੇਖੀਏ ਆਪਣੇ ਕੋਲ ਹੁਣ ਖੜੀਆਂ ਉਂਗਲਾਂ ਕਿੰਨੀਆਂ ਰਹਿ ਗਈਆਂ? 1 2 3 4 5 6। ਹੁਣ ਆਪਣੇ ਕੋਲ 6 ਖੜੀਆਂ ਉਂਗਲਾਂ ਰਹਿ ਗਈਆਂ। ਆਪਣੇ ਕੋਲ ਬੱਚਿਓ ਹੁਣ 6 ਖੜੀਆਂ ਉਂਗਲਾਂ ਤੇ 4 ਮੁੜੀਆਂ ਉਂਗਲਾਂ ਨੇ ਤੇ ਜੇ ਆਪਾਂ 6 ਖੜੀਆਂ ਉਂਗਲਾਂ ਦੇ ਵਿੱਚ 4 ਮੁੜੀਆਂ ਉਂਗਲਾਂ ਨੂੰ ਮਿਲਾ ਦਈਏ ਤਾਂ ਆਪਣੇ ਕੋਲ ਫਿਰ ਤੋਂ ਕਿੰਨੀਆਂ ਉਂਗਲਾਂ ਆ ਗਈਆਂ? 10 ਖੜੀਆਂ ਉਂਗਲਾਂ। ਆਪਣੀ ਇੱਕ ਉਂਗਲ ਨੂੰ ਮੋੜੋ ਬੱਚਿਓ, ਸ਼ਾਬਾਸ਼। ਆਓ ਦੇਖੀਏ ਕਿ ਆਪਾਂ ਕੀ ਕੀਤਾ ਹੈ। ਆਪਾਂ 10 ਖੜੀਆਂ ਉਂਗਲਾਂ ਦੇ ਵਿੱਚੋਂ ਇੱਕ ਉਂਗਲ ਨੂੰ ਮੋੜ ਲਿਆ। ਦੇਖੀਏ ਹੁਣ ਖੜੀਆਂ ਕਿੰਨੀਆਂ ਰਹਿ ਗਈਆਂ? 1 2 3 4 5 6 7 8 9। ਆਪਣੇ ਕੋਲ 9 ਖੜੀਆਂ ਉਂਗਲਾਂ ਆ ਗਈਆਂ। ਹੁਣ ਦੇਖੋ ਬੱਚਿਓ 9 ਖੜੀਆਂ ਉਂਗਲਾਂ ਤੇ ਇੱਕ ਮੂੜੀ ਉਂਗਲ ਨੂੰ ਜਦੋਂ ਆਪਾਂ ਮਿਲਾ ਦੇਾਂਗੇ ਤਾਂ ਆਪਣੇ ਕੋਲ ਕੀ ਆਊਗਾ? ਫਿਰ ਤੋਂ 10 ਖੜੀਆਂ ਉਂਗਲਾਂ। ਤਾਂ ਦੇਖੋ ਬੱਚਿਓ ਆਪਾਂ ਅੱਜ ਹੱਥ ਦੀਆਂ ਉਂਗਲਾਂ ਨਾਲ ਕਿੰਨੀ ਵਾਰੀ 10 ਦਾ ਜੋੜ ਤੋੜ ਕੀਤਾ ਹੈ। ਹਾਂਜੀ ਪਿਆਰੇ ਬੱਚਿਓ ਅੱਜ ਤੁਸੀਂ ਆਪਦੇ ਹੱਥ ਦੀਆਂ ਉਂਗਲਾਂ ਨਾਲ ਇਹ ਸਾਰੇ ਅਭਿਆਸ ਨੂੰ ਕਰਨਾ ਹੈ। ਠੀਕ ਹੈ ਰਾਜੇ? ਤੇ ਇਸ ਤੋਂ ਬਾਅਦ ਆਪਣੇ ਪੰਨਾ ਨੰਬਰ 37 ਦਾ ਇੱਕ ਸਵਾਲ ਹੱਲ ਕਰਨਾ ਹੈ। ਪਿਆਰੇ ਬੱਚਿਓ ਤੁਸੀਂ ਆਪਣੇ ਗਣਿਤ ਦੇ ਪੰਨਾ ਨੰਬਰ 39 ਤੇ 8ਵੇਂ ਪ੍ਰਸ਼ਨ ਨੂੰ ਆਪਣੀਆਂ ਉਂਗਲਾਂ ਨੂੰ ਮੋੜਦੇ ਹੋਏ ਤੇ ਖੋਲਦੇ ਹੋਏ ਹੱਲ ਕਰਨਾ ਹੈ। Hello children. Today we are going to discuss about the exercise part E. Children, you have already learnt the use of is and am, and today we are going to learn about the use of are. So let's learn about it. Use of are. We use are with we, you and they. Let's learn about them one by one. Use of they. She is Ria. She's
telling something. Yes, what is she telling? They are talking. She's telling they are talking. They, the other group having more than one members. They are talking. They are dancing. Riya is saying they are dancing. She's pointing. They are dancing. They are reading. This group, she's talking about them. They are reading. They are playing. They are playing. Use of we. Riya is saying they are talking. Now, look here. We are talking. These members are saying we are talking. We are reading. We are dancing. We are dancing. We are reading. Now, who is saying? They are saying. We are talking. We are dancing. We are reading. Use of you. She is Kirti. She is saying something. And she is Mona. Kirti is saying, you are my friend. You are my friend. Now, she is saying, you are my friends. You are my friends. Now, she's saying, you are my friends. You are. Now, again she's saying, you are my friends. So, for singular as well as plural, you are my friends. Are is used with plural noun as well as pronouns we, you, and they. So students, that's all for today. Now it's time for homework. And your homework is write down these sentences in your notebook. These are, I am a doctor. You are my friends. They are talking. We are reading. That's all for today. Keep learning. Thank you. गुटरगू 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 लोक कहण मैनू चीना गोला लोक कहण मैनू चीना गोला रंग बरंगा बुझ ले तू गुटरगू 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 बुझ लिया जी बिल्कुल सही प्यारे बच्चों मैं चौथी जमात दा पंजाबी विषय दा 6वां पाठ गुटरगू कविता दियां लाइनां बोल रही सी। ਇਹ कविता हरी कृष्ण मायर जी दी लिखी हुई
ਬਹੁਤ ਹੀ ਸੋਹਣੀ ਕਬੂਤਰ ਦੇ ਬਾਰੇ ਦੇ ਵਿੱਚ ਕਵਿਤਾ ਹੈ। ਤੁਸੀਂ ਵੀ ਇਹ ਕਵਿਤਾ ਪੜ੍ਹੀ ਹੈ ਬੱਚਿਓ। ਤੇ ਅੱਜ ਆਪਾਂ ਇਸ ਦੇ ਪਾਠ ਅਭਿਆਸ ਦਾ ਤੀਜਾ ਪ੍ਰਸ਼ਨ ਪੜੋ, ਸਮਝੋ ਅਤੇ ਲਿਖੋ ਕਰਾਂਗੇ। ਆਓ ਕਰੀਏ। ਨਿਆਣੇ ਸਿਆਣੇ, ਇਹ ਸ਼ਬਦ ਆਪਾਂ ਨੂੰ ਦਿੱਤੇ ਹੋਏ ਨੇ ਤੇ ਆਪਾਂ ਇਹਨਾਂ ਸ਼ਬਦਾਂ ਦੇ ਵਿੱਚ ਕੋਈ ਨਾ ਕੋਈ ਸੰਬੰਧ ਹੈ ਉਸ ਨੂੰ ਵੇਖਣਾ ਹੈ। ਮੇਰੇ ਕੋਲ ਇੱਕ ਤਸਵੀਰ ਹੈ, ਇਸ ਵਿੱਚ ਬੱਚੇ ਵੀ ਹਨ ਤੇ ਬਜ਼ੁਰਗ ਲੋਕ ਵੀ ਖੜੇ ਹਨ। ਇਹਨਾਂ ਦੀ ਉਮਰ ਘੱਟ ਹੈ, ਇਹਨਾਂ ਦੀ ਉਮਰ ਜ਼ਿਆਦਾ ਹੈ। ਘੱਟ ਉਮਰ ਵਿੱਚ ਬੱਚੇ ਨੂੰ ਨਿਆਣੇ ਕਹਿੰਦੇ ਹਨ ਤੇ ਜ਼ਿਆਦਾ ਉਮਰ ਵਾਲਿਆਂ ਨੂੰ ਸਿਆਣੇ ਕਹਿੰਦੇ ਹਨ। ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੇ ਦਾਦਾ ਦਾਦੀ ਸਿਆਣੇ ਹਨ ਤੇ ਤੁਸੀਂ ਨਿਆਣੇ ਹੋ। ਪਿਆਰੇ ਬੱਚਿਓ, ਇਸ ਵਿੱਚ ਉਲਟ ਭਾਵੀ ਸੰਬੰਧ ਹੈ ਤਾਂ ਇਹਨਾਂ ਨੂੰ ਆਪਾਂ ਕਹਾਂਗੇ ਕਿ ਇਹ ਵਿਰੋਧੀ ਸ਼ਬਦ ਹਨ ਤੇ ਸਾਰੇ ਸ਼ਬਦਾਂ ਦੇ ਆਪਾਂ ਵਿਰੋਧੀ ਸ਼ਬਦ ਹੀ ਅੱਗੇ ਕਰਾਂਗੇ। ਚਲੋ ਕਰਦੇ ਹਾਂ। ਸਾਡਾ ਅਗਲਾ ਸ਼ਬਦ ਹੈ ਉੱਚਾ। ਤੇ ਕਵਿਤਾ ਦੇ ਵਿੱਚ ਉੱਚਾ ਕਿਵੇਂ ਆਇਆ ਹੈ? ਅੰਬਰੀ ਜਦ ਉਡਾਰੀ ਲਾਵਾਂ, ਬੱਦਲਾਂ ਤੋਂ ਉੱਚਾ ਉੱਡ ਜਾਵਾਂ। ਜਿਵੇਂ ਕਿ ਇਹ ਕਬੂਤਰ ਉਚਾਈ ਤੇ ਉੱਡ ਰਹੇ ਹਨ, ਇਹਨਾਂ ਨੂੰ ਕਹਾਂਗੇ ਆਪਾਂ ਉੱਚਾ। ਤੇ ਕੁਝ ਕਬੂਤਰ ਜਿਹੜੇ ਹੈ ਧਰਤੀ ਦੇ ਕੋਲ-ਕੋਲ ਉੱਡ ਰਹੇ ਹਨ, ਉਹ ਨੇ ਨੀਵੇਂ। ਤਾਂ ਉੱਚਾ ਦਾ ਉਲਟਾ ਕੀ ਹੋਇਆ? ਉੱਚਾ ਦਾ ਵਿਰੋਧੀ ਸ਼ਬਦ ਕੀ ਹੋਇਆ? ਨੀਵਾਂ। ਉੱਚਾ, ਨੀਵਾਂ। ਅਗਲਾ ਸ਼ਬਦ ਹੈ ਆਥਣ। ਆਥਣ ਤੋਂ ਕੀ ਭਾਵ ਹੈ ਬੱਚਿਓ? ਜਦੋਂ ਸੂਰਜ ਛਿਪਦਾ ਹੈ, ਦਿਨ ਢਲ ਜਾਂਦਾ ਹੈ ਤਾਂ ਉਸ ਵੇਲੇ ਨੂੰ ਆਪਾਂ ਕਹਾਂਗੇ ਆਥਣ। ਤੇ ਆਥਣ ਤੋਂ ਉਲਟਾ ਕੀ ਸ਼ਬਦ ਹੋਇਆ? ਵਿਰੋਧੀ ਸ਼ਬਦ ਕੀ ਹੋਇਆ? ਜਦੋਂ ਸੂਰਜ ਸਵੇਰੇ ਚੜ੍ਹਦਾ ਹੈ, ਦਿਨ ਚੜ ਜਾਂਦਾ ਹੈ, ਉਸ ਨੂੰ ਕਹਾਂਗੇ ਸਵੇਰਾ। ਤਾਂ ਆਥਣ ਦਾ ਉਲਟਾ ਸ਼ਬਦ ਕੀ ਹੋਇਆ? ਵਿਰੋਧੀ ਸ਼ਬਦ ਕੀ ਹੋਇਆ? ਸਵੇਰਾ। ਆਥਣ, ਸਵੇਰਾ। ਸਾਡਾ ਅਗਲਾ ਸ਼ਬਦ ਹੈ ਬੱਚਿਓ ਕੌੜੀ। ਕੌੜੀ ਕੀ ਹੁੰਦਾ ਹੈ? ਵੇਖੋ ਬੱਚਿਓ, ਇਹ ਕੀ ਹੈ? ਮਿਰਚ। ਮਿਰਚ ਕੀ ਹੁੰਦੀ ਹੈ? ਕੌੜੀ। ਤੇ ਜਦੋਂ ਅਸੀਂ ਖਾ ਲੈਂਦੇ ਹਾਂ ਫਿਰ ਅਸੀਂ ਕੀ ਲੱਭਦੇ ਹਾਂ? ਕੁਝ ਮਿੱਠਾ ਚਾਹੀਦਾ ਜੀ ਖਾਣ ਨੂੰ। ਤਾਂ ਫਿਰ ਇਸ ਦਾ ਉਲਟਾ ਸ਼ਬਦ ਕੀ ਹੋਇਆ? ਉਲਟ ਭਾਵੀ ਸ਼ਬਦ ਕੀ ਹੋਇਆ? ਕੌੜੀ, ਮਿੱਠੀ। ਤਾਂ ਇਸ ਨੂੰ ਇੰਜ ਲਿਖ ਲੈਂਦੇ ਹਾਂ, ਕੌੜੀ, ਮਿੱਠੀ। ਸਾਡਾ ਅਗਲਾ ਸ਼ਬਦ ਹੈ ਕਾਲੇ। ਤੇ ਤੁਹਾਡੀ ਕਵਿਤਾ ਵਿੱਚ ਇਹ ਕਿੱਦਾਂ ਆਇਆ ਹੈ ਸ਼ਬਦ? ਖੰਭ ਮੇਰੇ ਨੇ ਰੰਗ ਬਰੰਗੇ, ਚਿੱਟੇ ਕਾਲੇ ਲੱਗਦੇ ਚੰਗੇ। ਤਾਂ ਕਾਲੇ, ਚਿੱਟੇ। ਵੇਖੋ, ਇਹ ਕਬੂਤਰ ਕਾਲੇ ਹੈ, ਇਹ ਕਬੂਤਰ ਚਿੱਟੇ ਹੈ। ਬਹੁਤ ਤਰ੍ਹਾਂ ਦੇ ਕਬੂਤਰ ਹੁੰਦੇ ਨੇ, ਕਾਲੇ, ਚਿੱਟੇ, ਲੱਗਦੇ ਚੰਗੇ। ਕਾਲੇ, ਚਿੱਟੇ। ਤੇ ਅਗਲਾ ਸ਼ਬਦ ਕੀ ਹੈ ਬੱਚਿਓ? ਬੁਰਾ। ਬੁਰਾ ਕੀ ਹੁੰਦਾ ਹੈ? ਬਿਲਕੁਲ ਸਹੀ ਜੀ, ਜਿਹੜਾ ਇਨਸਾਨ ਬੁਰੇ ਕੰਮ ਕਰਦਾ ਹੈ ਉਸ ਨੂੰ ਬੁਰਾ ਕਹਿੰਦੇ ਹਾਂ। ਕਿਹੜੇ ਕਿਹੜੇ ਕੰਮ ਬੱਚਿਓ? ਜਿਵੇਂ ਚੋਰੀ ਕਰਨਾ, ਝੂਠ ਬੋਲਣਾ। ਤਾਂ ਜਿਹੜੇ ਵਿਅਕਤੀ ਇਹ ਕਰਦੇ ਨੇ ਉਸ ਨੂੰ ਕਹਾਂਗੇ ਬੁਰਾ। ਤਾਂ ਜਿਹੜਾ ਚੰਗਾ ਕੰਮ ਕਰੇ, ਤਾਂ ਚੰਗੇ ਕੰਮ ਕਿਹੜੇ ਨੇ ਬੱਚਿਓ? ਸਦਾ ਸੱਚ ਬੋਲਣਾ, ਇਮਾਨਦਾਰ ਰਹਿਣਾ। ਇਹੋ ਜਿਹੇ ਕੰਮ ਕਰਨ ਵਾਲੇ ਇਨਸਾਨ ਨੂੰ ਆਪਾਂ ਕਹਾਂਗੇ ਚੰਗਾ। ਤਾਂ ਬੁਰਾ ਦਾ ਵਿਰੋਧੀ ਭਾਵ ਕੀ ਹੋਇਆ? ਬੁਰਾ, ਚੰਗਾ। ਚੰਗੇ ਦਾ ਉਲਟਾ ਭਾਵ ਹੁਣੀ ਦੱਸ ਕੇ ਹਟੀਆਂ ਬੱਚਿਓ ਮੈਂ, ਮਾੜੇ ਜਾਂ ਬੁਰੇ। ਚੰਗੇ, ਮਾੜੇ, ਬੁਰੇ। ਪਿਆਰੇ ਬੱਚਿਓ, ਆਓ ਇਹਨਾਂ ਸ਼ਬਦਾਂ ਦੀ ਇੱਕ ਵਾਰ ਫਿਰ ਤੋਂ ਦੁਹਰਾਈ ਕਰਦੇ ਹਾਂ। ਨਿਆਣੇ ਸਿਆਣੇ, ਉੱਚਾ, ਨੀਵਾਂ, ਆਥਣ, ਸਵੇਰਾ, ਕੌੜੀ, ਮਿੱਠੀ, ਕਾਲੇ, ਚਿੱਟੇ, ਬੁਰਾ, ਚੰਗਾ, ਚੰਗੇ, ਮਾੜੇ ਜਾਂ ਬੁਰੇ। ਤੇ ਬੱਚਿਓ, ਇਹਦੇ ਨਾਲ ਹੀ ਤੁਸੀਂ ਆਪਣਾ ਘਰ ਦਾ ਕੰਮ ਵੀ ਲੈ ਲਓ। ਘਰ ਦਾ ਕੰਮ ਹੈ ਜੀ, ਇਹਨਾਂ ਸਾਰੇ ਸ਼ਬਦਾਂ ਨੂੰ ਬਹੁਤ ਹੀ ਸੋਹਣੀ ਲਿਖਾਈ ਦੇ ਵਿੱਚ ਤੁਸੀਂ ਆਪਣੀਆਂ ਕਾਪੀਆਂ ਦੇ ਉੱਪਰ ਨੋਟ ਕਰਨਾ ਹੈ। ਧੰਨਵਾਦ। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਬੇਟਾ? ਅੱਜ ਬੇਟਾ ਆਪਾਂ ਵਾਰ-ਵਾਰ ਜੋੜ ਨੂੰ ਗੁਣਾ ਦੇ ਰੂਪ ਵਿੱਚ ਬਦਲਣਾ ਸਿੱਖਾਂਗੇ। ਚਲੋ ਬੇਟਾ ਸ਼ੁਰੂ ਕਰੀਏ। ਹੁਣ ਬੇਟਾ ਇਹ ਕਾਰਡ ਆ, ਇਹਦੇ ਉੱਤੇ ਆਪਾਂ ਬਿੰਦੀਆਂ ਗਿਣੀਏ ਕਿੰਨੀਆਂ ਨੇ। 1 2 3 4 5 6 7 8 9। ਹੁਣ ਇਹ ਕੀ ਆ? 9 ਬਿੰਦੀਆਂ ਦਾ ਇੱਕ ਸਮੂਹ ਹੈ। ਇਹਨੂੰ ਆਪਾਂ ਜਦੋਂ ਇਹਨੂੰ ਦੇਖਦੇ ਹਾਂ ਤੇ ਕਿੰਨੇ ਨੇ? 9। ਠੀਕ ਹੈ ਬੇਟਾ। ਹੁਣ ਇਹ ਕਿੰਨੀਆਂ? ਇੱਕ ਵਾਰ 9 ਨੇ। ਇਹਨੂੰ ਆਪਾਂ ਲਿਖਾਂਗੇ ਕਿਸ ਰੂਪ ਵਿੱਚ?
1 ਵਾਰ 9 ਬਰਾਬਰ ਕਿੰਨੇ ਆਉਣਗੇ ਬੇਟਾ 1 ਗੁਣਾ 9 9। ਠੀਕ ਹੈ ਬੇਟਾ। ਹੁਣ ਆਪਾਂ ਇੱਕ 9 ਬਿੰਦੀਆਂ ਦਾ ਸਮੂਹ ਪਹਿਲਾਂ ਸੀ, ਇੱਕ ਹੋਰ ਸਮੂਹ ਆਪਾਂ 9 ਬਿੰਦੀਆਂ ਦਾ ਲੈ ਲਿਆ। ਹੁਣ 9 ਪਹਿਲਾਂ ਸੀ ਬੇਟਾ ਤੇ 9 ਹੋਰ ਆ ਬਿੰਦੀਆਂ ਆਪਾਂ ਜੋੜੀਆਂ ਤਾਂ ਇਹ ਕਿੰਨੇ ਬਣ ਗਏ 18। ਹੁਣ ਬੇਟਾ 2 ਵਾਰ 9 ਬਰਾਬਰ ਕਿੰਨਾ ਹੋਵੇਗਾ 2 ਗੁਣਾ 9। ਜਦੋਂ 2 ਗੁਣਾ 9 ਕਹਿੰਦੇ ਆ ਤੇ ਬੇਟਾ ਕਿੰਨੇ ਬਣਦੇ ਨੇ ਬਰਾਬਰ ਹੈ 18। ਅੱਗੇ ਚੱਲੀਏ ਬੇਟਾ, ਜਦੋਂ ਆਪਣੇ ਕੋਲ 9 ਬਿੰਦੀਆਂ ਦੇ 2 ਸਮੂਹ ਸੀਗੇ ਤਾਂ ਕਿ ਜੋੜ ਕਿੰਨਾ ਸੀ 18। ਹੁਣ ਆਪਾਂ 9 9 ਦੇ 3 ਸਮੂਹ ਲਏ। ਇਹਦੇ ਵਿੱਚ ਕੀ ਆ 18 ਸੀ ਤੇ ਜਦੋਂ ਆਪਾਂ 9 ਬਿੰਦੀਆਂ ਹੋਰ ਜੋੜ ਦਿੱਤੀਆਂ ਤਾਂ ਕਿੰਨਾ ਬਣ ਗਿਆ 27। ਤੇ ਇਹ ਵੇਖੋ 3 9 ਦੇ ਸਮੂਹ ਨੇ ਤੇ 3 ਵਾਰੀ 9, 3 ਵਾਰ 9 ਬਰਾਬਰ 3 ਗੁਣਾ 9 ਕਿੰਨਾ ਆਵੇਗਾ ਬਰਾਬਰ 27। ਅੱਗੇ ਬੇਟਾ 3 ਸਮੂਹ ਸੀਗੇ, ਹੁਣ ਆਪਾਂ 9 ਦਾ ਇੱਕ ਹੋਰ ਸਮੂਹ ਲੈ ਲਿਆ ਤੇ ਹੁਣ 27 ਜਮਾ 9 ਕਿੰਨੇ ਹੋ ਗਏ 36। ਸਮੂਹ ਕਿੰਨੇ ਹੋ ਗਏ ਬੇਟਾ 4। ਹੁਣ 4 ਵਾਰ 9 ਬਰਾਬਰ ਹੈ 4 ਗੁਣਾ 9 ਕਿੰਨਾ ਆਵੇਗਾ ਬਰਾਬਰ 36। ਬੇਟਾ ਹੁਣ ਆਪਣੇ ਕੋਲ 4 ਸਮੂਹ ਸੀ 9 9 ਦੇ, ਹੁਣ ਆਪਾਂ ਇੱਕ 9 ਦਾ ਸਮੂਹ ਹੋਰ ਲੈ ਲਿਆ ਤੇ ਕਿੰਨੇ ਸਮੂਹ ਹੋ ਗਏ ਬੇਟਾ ਆਪਣੇ ਕੋਲ 5 ਸਮੂਹ। ਤੇ ਇਸੇ ਤਰ੍ਹਾਂ 36 ਵਿੱਚ ਆਪਾਂ 9 ਹੋਰ ਜਮਾ ਕਰੀਏ ਤਾਂ ਕਿੰਨੇ ਬਣ ਜਾਂਦੇ ਨੇ ਬਰਾਬਰ ਹੈ 45। ਤੇ ਇਹ ਕਿੰਨੇ ਨੇ ਬੇਟਾ 5 ਵਾਰੀ 9 ਤੇ ਫਿਰ ਕੀ ਹੋਵੇਗਾ 5 ਵਾਰ 9 ਬਰਾਬਰ ਹੈ 5 ਗੁਣਾ 9 ਕਾਹਦੇ ਬਰਾਬਰ ਆਵੇਗਾ 45 ਦੇ। ਹੁਣ ਬੇਟਾ 5 ਸੀਗੇ ਆਪਣੇ ਕੋਲ 9 9 ਦੇ ਸਮੂਹ, ਇੱਕ ਸਮੂਹ ਹੋਰ ਲੈ ਲਿਆ, ਕਿੰਨੇ ਸਮੂਹ ਬਣ ਗਏ 6 ਸਮੂਹ ਬਣ ਗਏ 9 9 ਦੇ। ਤੇ ਇਹਨੂੰ ਆਪਾਂ ਜਦੋਂ 45 ਦੇ ਵਿੱਚ 9 ਹੋਰ ਜਮਾ ਕੀਤੇ ਤਾਂ ਕਿੰਨੇ ਆ ਗਏ 54। ਕਿੰਨੀ ਵਾਰੀ 9 ਆਇਆ ਬੇਟਾ 6 ਵਾਰ। ਫਿਰ ਕੀ ਕਰਾਂਗੇ ਬੇਟਾ ਬੋਲਾਂਗੇ 6 ਵਾਰ 9 ਬਰਾਬਰ ਹੈ 6 ਗੁਣਾ 9 ਕਿੰਨਾ ਆਵੇਗਾ ਉੱਤਰ 54। ਹੁਣ ਬੇਟਾ ਆਪਾਂ ਇੱਕ 9 ਦਾ ਸਮੂਹ ਹੋਰ ਲੈ ਲਿਆ, ਪਹਿਲਾਂ ਕਿੰਨੇ ਸੀ 6, ਹੁਣ ਕਿੰਨੇ ਹੋ ਗਏ 7। ਹੁਣ 54 ਦੇ ਵਿੱਚ 9 ਹੋਰ ਜਮਾ ਕਰੀਏ ਤਾਂ ਕਿੰਨੇ ਬਣ ਜਾਣਗੇ 63। ਤੇ ਕਿੰਨੀ ਵਾਰ ਹੋ ਗਿਆ ਬੇਟਾ 9 9 ਦਾ ਸਮੂਹ 7 ਵਾਰੀ। ਫਿਰ ਕਿੱਦਾਂ ਲਿਖਾਂਗੇ ਆਪਾਂ 7 ਵਾਰ 9 ਬਰਾਬਰ ਹੈ 7 ਗੁਣਾ 9 ਕਿੰਨਾ ਆਵੇਗਾ 63। ਹਾਂਜੀ ਬੇਟਾ ਹੁਣ ਆਪਾਂ ਕੀ ਲਿਆ ਸੀ 7 ਵਾਰ 9 9 ਦੇ ਸਮੂਹ ਲਏ ਸੀ ਤੇ ਕਿੰਨਾ ਜੋੜ ਸੀ 63। ਹੁਣ ਆਪਾਂ ਲੈਨੇ ਆ ਇੱਕ 9 ਦਾ ਸਮੂਹ ਹੋਰ ਲਿਆ, ਕਿੰਨੇ ਹੋ ਗਏ 8 ਸਮੂਹ। ਠੀਕ ਹੈ ਜੀ। ਤੇ 63 ਦੇ ਵਿੱਚ 9 ਬਿੰਦੀਆਂ ਹੋਰ ਜੋੜੀਆਂ ਕਿੰਨਾ ਬਣ ਗਿਆ 72 ਤੇ ਸਮੂਹ ਕਿੰਨੇ ਨੇ ਬੇਟਾ 8। ਫਿਰ 8 ਵਾਰ 9 ਬਰਾਬਰ ਹੈ 8 ਗੁਣਾ 9 ਕਿੰਨਾ ਉੱਤਰ ਆਵੇਗਾ 72। ਹੁਣ ਬੇਟਾ 9 9 ਦੇ 8 ਸਮੂਹ ਕਾਦੇ ਬਰਾਬਰ ਸੀਗੇ 72 ਦੇ। ਤੇ ਹੁਣ ਜੇਕਰ ਆਪਾਂ ਇੱਕ 9 ਦਾ ਸਮੂਹ ਹੋਰ ਲੈ ਲਈਏ ਤਾਂ ਇਹ ਕਿੰਨੇ ਹੋ ਗਏ ਬੇਟਾ 9 9 ਦੇ 9 ਸਮੂਹ ਹੋ ਗਏ। ਫਿਰ 72 ਦੇ ਵਿੱਚ ਆਪਾਂ 9 ਹੋਰ ਜੋੜੀਏ ਤਾਂ ਕਿੰਨੇ ਬਣ ਜਾਂਦੇ ਨੇ 81। ਤੇ ਇਹਨੂੰ ਆਪਾਂ ਲਿਖਾਂਗੇ ਕਿਸ ਤਰ੍ਹਾਂ 9 ਵਾਰ 9 ਬਰਾਬਰ ਹੈ 9 ਗੁਣਾ 9 ਕਿਹਦੇ ਬਰਾਬਰ ਹੁੰਦਾ ਹੈ 81 ਦੇ। ਹੁਣ ਬੇਟਾ ਆਪਾਂ ਨੂੰ ਪਤਾ ਲੱਗ ਗਿਆ ਕਿ 9 9 ਦੇ 9 ਸਮੂਹਾਂ ਦਾ ਜੋੜ ਕਾਦੇ ਬਰਾਬਰ ਹੈ 81 ਦੇ। ਤੇ ਜੇਕਰ ਆਪਾਂ ਹੁਣ ਇੱਕ ਸਮੂਹ ਹੋਰ 9 ਦਾ ਲੈ ਲਈਏ ਤਾਂ ਕਿੰਨੇ ਸਮੂਹ ਬਣ ਗਏ 10 ਸਮੂਹ 9 9 ਦੇ ਹੋ ਗਏ। ਤੇ 81 ਦੇ ਵਿੱਚ 9 ਆਪਾਂ ਹੋਰ ਜੋੜੇ ਤਾਂ ਕਿੰਨੇ ਬਣ ਗਏ 90। ਇਹਨੂੰ ਆਪਾਂ ਕਿਸ ਤਰ੍ਹਾਂ ਲਿਖਦੇ ਹਾਂ ਬੇਟਾ 10 ਵਾਰ 9 ਬਰਾਬਰ ਹੈ 10 ਗੁਣਾ 9 ਕਿਹਦੇ ਬਰਾਬਰ ਆਉਂਦਾ ਹੈ ਬੇਟਾ 90। ਉਮੀਦ ਹੈ ਬੇਟਾ ਹੁਣ ਤੱਕ ਤੁਹਾਨੂੰ 9 ਦੇ ਸਮੂਹਾਂ ਨੂੰ ਗੁਣਾ ਰੂਪ ਵਿੱਚ ਲਿਖਣਾ ਆ ਗਿਆ ਹੈ। ਹੁਣ ਘਰ ਤੁਸੀਂ ਇਸ ਤੋਂ ਵੱਡੇ ਸਮੂਹ ਬਣਾ ਕੇ ਉਹਨਾਂ ਨੂੰ ਗੁਣਾ ਰੂਪ ਵਿੱਚ ਲਿਖਣ ਦਾ ਅਭਿਆਸ ਕਰੋਗੇ। ਅੱਜ ਦੇ ਲਈ ਇੰਨਾ ਹੀ, ਧੰਨਵਾਦ। Hello students, you have already done some pronouns. Let's learn more. Students, look here. The boy is saying, I am a boy. I am reading. I am dancing. He is using I for himself, okay?
Let's read it once again. I am a boy. I am reading. I am dancing. Here, the girl is saying, I am a girl. I am dancing. I am going to school. She is also using I for herself. Read these once again. I am a girl. I am dancing. I am going to school. Students, I is used to refer to oneself, okay? The boy says, I am a boy. The girl says, I am a girl. Okay? Got it? Let's go to our next pronoun. Look here. The boy is saying, you are my friend. You are my friend. Here, you all are my friends. You all are my friends. The girl is saying, you cook tasty food. You cook. Here, the boy is saying, I want to play with you. Play with you. Students, you can be used for one person and for more than one person too. Okay? Students, look at the picture. Here, the girl is saying, it is my pet. My pet. It is my book. My book. My is used to tell about your belongings. My crayons. My mother. My pet. The girl is saying, these are my crayons. She is my mother. It is my pet. The boy is also saying, these are my crayons. She is my mother. It is my pet. Okay? Please give me that ball. Give me that ball. Students, let's read the sentences once again. My mother loves me. Please give me a sandwich. Please give me that ball. Me is pronoun here. I hope you have understood. It's time for your homework, and your homework is to fill in the blanks with suitable pronoun. Okay? प्यारे बच्चों, वर्णों की श्रृंखला में आगे बढ़ते हुए आज हम प वर्ग सीखेंगे। जैसे हमने पहले जाना कि कुछ वर्ण हमारे कंठ से निकलते हैं, कुछ वर्ण हमारे दांतों की सहायता से बोले जाते हैं, उसी प्रकार से जो आज के हमारे वर्ण हैं उसमें हमारे होंठ मदद करते हैं। जैसे प, मेरे साथ एक बार बोल के देखिए। प, फ, ब, भ, म। तो चलिए अब हम इन्हें विस्तार से पढ़ते हैं। तो हमारा पहला वर्ण है प। प से पतंग, आसमान में उड़ाते हैं। अच्छा लगता है ना पतंग उड़ाना। प से पवन, पवन हवा को कहते हैं। प से पानी, पीते हैं, कपड़े भी धोते हैं। प से पहाड़, देखे हैं ना सबने। प से पहिया, गाड़ी का पहिया। ये था हमारा वर्ण प। प से पतंग हवा में उड़ता, आसमान से बातें करता। हमारा अगला वर्ण है फ। फ से फल, मीठे मीठे फल खाना आप सबको पसंद है ना, मीठे मीठे फल। फ से फूल, गुलाब का फूल। फ से फसल, खेतों में लहलहाती फसल। फ से फौजी,
हमारे देश की रक्षा करते हैं। फ से फाटक, बड़ा सा द्वार, दरवाजा, उसे फाटक कहा जाता है। तो फ से फल खूब खाओ, बच्चों अपनी सेहत बनाओ। हमारा अगला वर्ण है ब। ब से बस, जिसमें बैठकर हम एक गांव से दूसरे गांव, एक स्थान से दूसरे स्थान जाते हैं। ब से बतख, पानी में रहती है, देखी है ना सबने। ब से बकरी, घास खाती है। ब से बटन, कमीज पर लगे हुए दिख रहे हैं ना। ब से बर्तन। तो ये था हमारा वर्ण ब। ब से बस चलती जाए, सबको मंजिल पर पहुंचाए। तो हमारा अगला वर्ण है भ। भ से भालू, जंगल में रहता है, मदारी की डुगडुगी पर नाच दिखाता है। भ से भाई, आपका भाई है ना। भ से भालू। भ से भक्त, जो किसी की भक्ति करता है। भ से भगवान। तो यह था हमारा वर्ण भ। भ से भालू नाच दिखाए, बच्चों का वह मन बहलाए। प वर्ग में हमारा 5वां वर्ण है म। म से मछली, मछली जल की रानी, बच्चों न करो मनमानी। म से महल। म से मटर, हरे हरे दानों से भरे। म से माता। म से मशीन। तो यह था वर्ण म। म से मछली जल की रानी, मर जाती जब मिले न पानी। तो बच्चों, आज के गृह कार्य में आपने प वर्ग के सभी वर्णों से लगभग 5 से 6 शब्द सोचने हैं और उनका अच्छे से उच्चारण करना है। तो चलिए एक बार हम सभी वर्णों की दोहराई करें। सबसे पहले क वर्ग, क, ख, ग, घ, ङ। च वर्ग, च, छ, ज, झ, ञ। ट वर्ग, ट, ठ, ड, ढ, ण। त वर्ग, त, थ, द, ध, न। और आज का प वर्ग, प, फ, ब, भ, म। धन्यवाद। विषा पंजाबी, जमात पंजवी, पाठ नंबर 6। आओ विरोधी शब्दां दा मिलान करिए। प्यारे बच्चों, सूरज हर रोज सवेरे अपने समय ते चढ़दा है ਅਤੇ ਆਪਣੇ ਸਮੇਂ ਤੇ ਛੁਪਦਾ ਹੈ। ਸੂਰਜ ਦੇ ਚੜ੍ਹਨ ਨਾਲ ਚਾਨਣ ਹੋ ਜਾਂਦਾ ਹੈ ਅਤੇ ਛੁਪਣ ਨਾਲ ਹਨੇਰਾ ਛਾ ਜਾਂਦਾ ਹੈ। ਸਵੇਰ ਤੋਂ ਸ਼ਾਮ ਤੱਕ ਅਸੀਂ ਆਪਣੇ ਕੰਮਾਂ ਕਾਰਾਂ ਵਿੱਚ ਲੱਗੇ ਰਹਿੰਦੇ ਹਾਂ। ਪਿਆਰੇ ਬੱਚਿਓ, ਚੜ੍ਹਦਾ ਛੁਪਦਾ, ਚਾਨਣ ਹਨੇਰਾ, ਸਵੇਰ ਸ਼ਾਮ ਸ਼ਬਦ ਜੋੜ ਆਏ ਹਨ। ਇਹਨਾਂ ਸ਼ਬਦ ਜੋੜਿਆਂ ਦੇ ਦੋ ਸ਼ਬਦਾਂ ਦੇ ਅਰਥ ਇੱਕ ਦੂਜੇ ਤੋਂ ਉਲਟ ਹਨ। ਇਸ ਲਈ ਇਹਨਾਂ ਨੂੰ ਵਿਰੋਧੀ ਜਾਂ ਉਲਟ ਭਾਵੀ ਸ਼ਬਦ ਕਹਿੰਦੇ ਹਨ। ਪਹਿਲਾ ਸ਼ਬਦ ਦੂਰ। ਪਿਆਰੇ ਬੱਚਿਓ, ਆਪਾਂ ਨੂੰ ਤਸਵੀਰ ਵਿੱਚ ਦਰਖਤ ਦੂਰ ਦਿਖਾਈ ਦੇ ਰਿਹਾ ਹੈ। दूसरी तस्वीर विच आपां नूं दरख्त कित्थे दिखाई दे रहा है? हाँ जी, वेरी गुड, नेड़े दिखाई दे रहा है। दूर दा विरोधी शब्द नेड़े। प्यारे बच्चों, इस तस्वीर विच तुसीं देख रहे हो कि सारे बहुत सुखी हन। ते दूसरी तस्वीर विच की देख रहे हो? हाँ जी, बहुत वधिया जवाब। दुख, सुख, दुख।
ਅਗਲੀ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਵਿਅਕਤੀ ਦਰਖਤ ਨੂੰ ਵੱਢ ਰਿਹਾ ਹੈ। ਬੱਚਿਓ, ਵੱਢਣਾ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਵੇਗਾ? ਬਿਲਕੁਲ ਠੀਕ ਜਵਾਬ, ਲਾਉਣਾ। ਵੱਢਣਾ, ਲਾਉਣਾ। ਅਗਲਾ ਸ਼ਬਦ ਰੁੱਸਣਾ। ਰੁੱਸਣਾ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਵੇਗਾ? ਹਾਂਜੀ, ਬਿਲਕੁਲ ਠੀਕ, ਮਨਾਉਣਾ। ਰੁੱਸਣਾ, ਮਨਾਉਣਾ। ਪਿਆਰੇ ਬੱਚਿਓ, ਰੁੱਖ ਆਪਾਂ ਨੂੰ ਸ਼ੁੱਧ ਹਵਾ ਦਿੰਦੇ ਹਨ। ਸ਼ੁੱਧ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਵੇਗਾ? ਹਾਂਜੀ, ਬਿਲਕੁਲ ਠੀਕ, ਅਸ਼ੁੱਧ। ਵੱਧ ਤੋਂ ਵੱਧ ਰੁੱਖ ਲਗਾ ਕੇ ਹਰ ਥਾਂ ਹਰਾ ਭਰਾ ਪੰਜਾਬ ਬਣਾਈਏ। ਬੱਚਿਓ, ਵੱਧ ਸ਼ਬਦ ਦਾ ਵਿਰੋਧੀ ਸ਼ਬਦ ਕੀ ਬਣੇਗਾ? ਹਾਂਜੀ, ਬਹੁਤ ਵਧੀਆ ਜਵਾਬ, ਘੱਟ। ਵੱਧ, ਘੱਟ। ਪਿਆਰੇ ਬੱਚਿਓ, ਹੁਣ ਆਪਾਂ ਹੇਠ ਲਿਖੇ ਵਿਰੋਧੀ ਸ਼ਬਦਾਂ ਦਾ ਮਿਲਾਨ ਕਰਾਂਗੇ। ਦੂਰ, ਨੇੜੇ, ਸੁੱਖ, ਦੁੱਖ। ਵੱਢਣਾ, ਲਾਉਣਾ। ਰੁੱਸਣਾ, ਮਨਾਉਣਾ। ਸ਼ੁੱਧ, ਅਸ਼ੁੱਧ। ਵੱਧ, ਘੱਟ। ਸੋਹਣੀ ਲਿਖਾਈ ਵਿੱਚ ਆਪਣੀ ਕਾਪੀ ਤੇ ਲਿਖੋ। ਪਿਆਰੇ ਬੱਚਿਓ, ਤੁਹਾਨੂੰ ਯਾਦ ਹੈ ਕੱਲ ਆਪਾਂ ਕਾਗਜ਼ ਦੀਆਂ ਪੱਟੀਆਂ ਦੀ ਮਦਦ ਨਾਲ ਪੌੜੀ ਪ੍ਰਣਾਲੀ ਵਿਧੀ ਦੁਆਰਾ 8 ਦਾ ਪਹਾੜਾ ਸਿੱਖਿਆ ਸੀ। ਅੱਜ ਵੀ ਆਪਾਂ ਇਸੇ ਪੌੜੀ ਪ੍ਰਣਾਲੀ ਦੀ ਮਦਦ ਦੇ ਨਾਲ ਅਤੇ ਕੁਝ ਫੁੱਲਾਂ ਦੀ ਮਦਦ ਦੇ ਨਾਲ ਗੁਣਾਂ ਦੇ ਗੁਣ ਸਿੱਖਾਂਗੇ। ਬੱਚਿਓ, ਤੁਹਾਨੂੰ ਯਾਦ ਹੈ ਕਿ ਜਦੋਂ ਆਪਾਂ ਇਹਨਾਂ 8 ਖੜਵੀਆਂ ਪੱਟੀਆਂ ਦੇ ਉੱਪਰ ਇੱਕ ਲੇਟਵੀਂ ਪੱਟੀ ਰੱਖੀ ਸੀ ਤਾਂ ਸਾਡੇ ਕੋਲ ਜਿੱਥੇ-ਜਿੱਥੇ ਇਹ ਪੱਟੀ ਆਪਸ ਵਿੱਚ ਇੱਕ ਦੂਸਰੇ ਨੂੰ ਕੱਟ ਰਹੀ ਸੀ, ਉੱਥੇ ਸਾਨੂੰ ਕਿੰਨੇ ਕਾਟ ਬਿੰਦੂ ਪ੍ਰਾਪਤ ਹੋਏ ਸਨ? ਸਾਨੂੰ ਇੱਥੇ 8 ਕਾਟ ਬਿੰਦੂ ਪ੍ਰਾਪਤ ਹੋਏ ਸਨ। ਇਸ ਦਾ ਮਤਲਬ ਕੀ ਸੀ? ਇਸ ਦਾ ਮਤਲਬ 8 ਗੁਣਾ 1 ਬਰਾਬਰ 8। ਪਿਆਰੇ ਬੱਚਿਓ, ਹੁਣ ਇੱਕ ਹੋਰ ਉਦਾਹਰਨ ਨਾਲ ਦੇਖਦੇ ਹਾਂ। ਇੱਥੇ ਆਪਣੇ ਕੋਲ 1 2 3 4 ਗਮਲੇ ਹਨ ਅਤੇ ਹਰੇਕ ਗਮਲੇ ਦੇ ਵਿੱਚ ਸਾਡੇ ਕੋਲ ਇੱਕ ਫੁੱਲ ਲੱਗਿਆ ਹੋਇਆ ਹੈ। ਇਸ ਦਾ ਮਤਲਬ ਕੀ ਹੈ? ਇਸ ਦਾ ਮਤਲਬ ਹੈ 4 ਗੁਣਾ 1 ਬਰਾਬਰ ਕਿੰਨਾ ਹੁੰਦਾ ਹੈ? 4। ਕਿਸੇ ਵੀ ਸੰਖਿਆ ਨੂੰ 1 ਨਾਲ ਗੁਣਾ ਕਰਨ ਤੇ ਉਹੀ ਸੰਖਿਆ ਪ੍ਰਾਪਤ ਹੁੰਦੀ ਹੈ। ਜਿਸ ਪ੍ਰਕਾਰ ਇੱਥੇ ਆਪਾਂ ਜਦੋਂ 4 ਨੂੰ 1 ਨਾਲ ਗੁਣਾ ਕੀਤਾ ਤਾਂ ਸਾਨੂੰ ਉੱਤਰ ਵੀ 4 ਪ੍ਰਾਪਤ ਹੋਇਆ। ਸੰਖਿਆ ਭਾਵੇਂ ਜਿੰਨੀ ਮਰਜ਼ੀ ਵੱਡੀ ਹੋਵੇ, ਜਦੋਂ ਅਸੀਂ ਉਸ ਨੂੰ 1 ਨਾਲ ਗੁਣਾ ਕਰਦੇ ਹਾਂ ਤਾਂ ਸਾਡੇ ਕੋਲ ਉੱਤਰ ਉਹੀ ਸੰਖਿਆ ਪ੍ਰਾਪਤ ਹੁੰਦੀ ਹੈ। ਜਿਸ ਤਰ੍ਹਾਂ ਇੱਥੇ ਸਾਡੇ ਕੋਲ ਹੁਣ 2 ਅੰਕਾਂ ਵਾਲੀ ਸੰਖਿਆ 53 ਹੈ। 53 ਨੂੰ ਜਦੋਂ ਅਸੀਂ 1 ਨਾਲ ਗੁਣਾ ਕਰਾਂਗੇ ਤਾਂ ਉੱਤਰ ਕਿੰਨਾ ਆਵੇਗਾ? ਸ਼ਾਬਾਸ਼, ਸਾਡੇ ਕੋਲ 53 ਉੱਤਰ ਆਵੇਗਾ। ਅਤੇ ਹੁਣ ਅਸੀਂ ਇੱਕ ਹੋਰ ਸੰਖਿਆ ਰੱਖ ਰਹੇ ਹਾਂ। ਸਾਡੇ ਕੋਲ ਇੱਥੇ ਕਿੰਨਾ ਹੈ? 139। 139 ਨੂੰ ਜਦੋਂ 1 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ ਉੱਤਰ ਵੀ 139 ਆਵੇਗਾ। ਜੇਕਰ ਮੈਂ ਹੁਣ ਇਸ ਪੱਟੀ ਨੂੰ ਇੱਥੋਂ ਹਟਾ ਦੇਵਾਂ ਬੱਚਿਓ ਤਾਂ ਹੁਣ ਕੀ ਹੋਇਆ? ਦੇਖੋ, ਆਪਣੇ ਕੋਲ ਜਿਹੜੀਆਂ ਇਹ ਖੜਵੀਆਂ 8 ਪੱਟੀਆਂ ਹਨ, ਇਹਨਾਂ ਉੱਪਰ ਹੁਣ ਇੱਕ ਵੀ ਲੇਟਵੀਂ ਪੱਟੀ ਨਹੀਂ ਹੈ। ਇਸ ਦਾ ਮਤਲਬ ਇਹ ਹੈ ਕਿ ਸਾਡੇ ਕੋਲ ਹੁਣ ਇੱਥੇ 0 ਲੇਟਵੀਂ ਪੱਟੀ ਹੈ। 8 ਗੁਣਾ 0 ਬਰਾਬਰ 0, ਕਿਉਂਕਿ ਸਾਡੇ ਕੋਲ ਹੁਣ ਇੱਕ ਵੀ ਕਾਟ ਬਿੰਦੂ ਨਹੀਂ ਹੈ। ਚਾਰੋਂ ਗਮਲਿਆਂ ਦੇ ਫੁੱਲ ਮੈਂ ਕੱਢ ਲਏ ਤਾਂ ਹੁਣ ਸਾਡੇ ਕੋਲ ਇਹਨਾਂ ਗਮਲਿਆਂ ਦੇ ਵਿੱਚ ਕਿੰਨੇ ਫੁੱਲ ਹਨ? ਗਮਲਿਆਂ ਵਿੱਚ ਹੁਣ ਕੋਈ ਵੀ ਫੁੱਲ ਨਹੀਂ ਹੈ। ਚਾਰੋਂ ਦੇ ਚਾਰੋਂ ਗਮਲੇ ਪੂਰੀ ਤਰ੍ਹਾਂ ਨਾਲ ਖਾਲੀ ਹਨ। ਇਸ ਦਾ ਮਤਲਬ ਕੀ ਹੈ? 4 ਗੁਣਾ
0 ਬਰਾਬਰ ਕਿੰਨੇ ਫੁੱਲ ਹਨ? ਕੋਈ ਨਹੀਂ। ਇਸ ਦਾ ਮਤਲਬ ਉੱਤਰ ਕੀ ਹੈ? 0। ਕਿਸੇ ਵੀ ਸੰਖਿਆ ਨੂੰ 0 ਨਾਲ ਗੁਣਾ ਕਰਨ ਤੇ ਸਾਨੂੰ ਉੱਤਰ ਵੀ 0 ਪ੍ਰਾਪਤ ਹੁੰਦਾ ਹੈ। ਹੁਣ ਇੱਕ ਹੋਰ ਸੰਖਿਆ ਦੀ ਮਦਦ ਨਾਲ ਦੇਖਦੇ ਹਾਂ। ਸਾਡੇ ਕੋਲ ਇੱਥੇ ਹੈ 82। 82 ਗੁਣਾ 0 ਬਰਾਬਰ ਕੀ ਹੋਵੇਗਾ? 0। ਇਸ ਦਾ ਮਤਲਬ ਸੰਖਿਆ ਜਿੰਨੀ ਮਰਜ਼ੀ ਵੱਡੀ ਹੋਵੇ ਬੱਚਿਓ, ਜੇਕਰ ਆਪਾਂ 0 ਨਾਲ ਉਸ ਨੂੰ ਗੁਣਾ ਕਰਾਂਗੇ ਤਾਂ ਸਾਨੂੰ ਉੱਤਰ 0 ਹੀ ਪ੍ਰਾਪਤ ਹੋਵੇਗਾ। ਬੱਚਿਓ ਇਸ ਪਾਸੇ ਆਪਣੇ ਕੋਲ 4 ਖੜਵੀਆਂ ਕਾਗਜ਼ ਦੀਆਂ ਪੱਟੀਆਂ ਹਨ ਅਤੇ ਦੂਸਰੇ ਪਾਸੇ ਆਪਣੇ ਕੋਲ 2 ਖੜਵੀਆਂ ਕਾਗਜ਼ ਦੀਆਂ ਪੱਟੀਆਂ ਹਨ। ਬੱਚਿਓ ਇਹਨਾਂ 4 ਖੜਵੀਆਂ ਪੱਟੀਆਂ ਦੇ ਉੱਪਰ ਮੈਂ 2 ਲੇਟਵੀਆਂ ਪੱਟੀਆਂ ਰੱਖ ਦਿੱਤੀਆਂ। ਇਹਨਾਂ 2 ਲੇਟਵੀਆਂ ਪੱਟੀਆਂ ਨੂੰ ਰੱਖਣ ਤੇ ਇਹ 4 ਖੜਵੀਆਂ ਪੱਟੀਆਂ ਨੂੰ ਦੋਨਾਂ ਪੱਟੀਆਂ ਨੇ ਜਿਸ ਜਗ੍ਹਾ ਤੇ ਆਪਸ ਵਿੱਚ ਕੱਟਿਆ ਹੈ ਭਾਵ ਮਿਲ ਰਹੀਆਂ ਹਨ, ਉੱਥੇ ਸਾਡੇ ਕੋਲ 1 2 3 4 5 6 7 8 ਕਾਟ ਬਿੰਦੂ ਹਨ। ਇਸ ਦਾ ਮਤਲਬ ਹੈ 4 ਗੁਣਾ 2 ਬਰਾਬਰ 8। ਬੱਚਿਓ ਇਸ ਪਾਸੇ ਦੀਆਂ ਦੋਵੇਂ ਖੜਵੀਆਂ ਪੱਟੀਆਂ ਦੇ ਉੱਪਰ ਮੈਂ ਇੱਕ ਲੇਟਵੀਂ ਪੱਟੀ, ਫਿਰ ਦੂਸਰੀ ਲੇਟਵੀਂ ਪੱਟੀ, ਤੀਜੀ ਲੇਟਵੀਂ ਪੱਟੀ ਅਤੇ ਫਿਰ ਚੌਥੀ ਲੇਟਵੀਂ ਪੱਟੀ ਰੱਖ ਦਿੱਤੀ। ਹੁਣ ਸਾਡੇ ਕੋਲ 2 ਖੜਵੀਆਂ ਪੱਟੀਆਂ ਦੇ ਉੱਪਰ 4 ਲੇਟਵੀਆਂ ਪੱਟੀਆਂ ਆਪਸ ਵਿੱਚ ਜਿੰਨਾ ਥਾਵਾਂ ਤੇ ਮਿਲ ਰਹੀਆਂ ਹਨ, ਉੱਥੇ ਸਾਡੇ ਕੋਲ ਕਿੰਨੇ ਕਾਟ ਬਿੰਦੂ ਹਨ? ਵੈਰੀ ਗੁੱਡ, ਸਾਡੇ ਕੋਲ 8 ਕਾਟ ਬਿੰਦੂ ਹਨ। ਇਸ ਦਾ ਮਤਲਬ 2 ਗੁਣਾ 4 ਬਰਾਬਰ 8। ਬੱਚਿਓ ਗੁਣਾ ਦੀਆਂ ਰਕਮਾਂ ਦੀ ਤਰਤੀਬ ਬਦਲਣ ਦੇ ਨਾਲ ਗੁਣਨਫਲ ਵਿੱਚ ਕੋਈ ਫਰਕ ਨਹੀਂ ਪੈਂਦਾ। ਜਿਸ ਤਰ੍ਹਾਂ ਇੱਥੇ 4 ਨੂੰ ਆਪਾਂ 2 ਨਾਲ ਗੁਣਾ ਕੀਤਾ ਤਾਂ ਸਾਡੇ ਕੋਲ 8 ਆਇਆ, 2 ਨੂੰ 4 ਨਾਲ ਗੁਣਾ ਕੀਤਾ ਤਾਂ ਵੀ ਉੱਤਰ 8 ਆਇਆ। 4 ਗੁਣਾ 2 ਬਰਾਬਰ ਹੋਵੇਗਾ 2 ਗੁਣਾ 4। ਪਿਆਰੇ ਬੱਚਿਓ ਇਸ ਪ੍ਰਕਾਰ ਆਪਾਂ ਨੂੰ ਗੁਣਾ ਦੇ ਗੁਣ ਪਤਾ ਚੱਲ ਗਏ। ਪਿਆਰੇ ਬੱਚਿਓ ਹੁਣ ਵਾਰੀ ਹੈ ਘਰ ਦੇ ਕੰਮ ਦੀ। ਘਰ ਦੇ ਕੰਮ ਵਿੱਚ ਤੁਸੀਂ ਪੰਨਾ ਨੰਬਰ 26 ਤੇ ਦੂਸਰਾ ਸਵਾਲ ਖਾਲੀ ਸਥਾਨ ਭਰੋ ਦਾ ਸੀ ਭਾਗ 139 ਗੁਣਾ 1 ਬਰਾਬਰ ਕੀ ਆਵੇਗਾ, ਇਸ ਦਾ ਉੱਤਰ ਲਿਖਣਾ ਹੈ। ਬੱਚਿਓ ਇਹ ਸੰਖਿਆ ਆਪਾਂ ਕਰ ਚੁੱਕੇ ਹਾਂ। ਡੀ ਭਾਗ 625 ਗੁਣਾ 0 ਬਰਾਬਰ ਉੱਤਰ ਕੀ ਆਵੇਗਾ, ਇਸ ਦਾ ਤੁਸੀਂ ਜਵਾਬ ਇਸ ਖਾਲੀ ਸਥਾਨ ਵਿੱਚ ਭਰਨਾ ਹੈ। ਅੱਜ ਆਪਾਂ ਗੁਣਾ ਦੇ ਜਿਹੜੇ ਗੁਣ ਸਿੱਖੇ ਹਨ ਉਹਨਾਂ ਨੂੰ ਧਿਆਨ ਵਿੱਚ ਰੱਖਣਾ ਹੈ। ਧੰਨਵਾਦ। Hello dear children of class 5. Let's learn English. In today's class, we are going to pick up nouns from the given set of words. First of all, let's learn about noun. What is noun? As we already know, noun is the name of person, place, animal or thing. Repeat one more time. Noun is the name of person, place, animal or thing. So dear children, today we are going to pick out nouns from this given set of words. Let's start. Here we go. Our first word is pala. Pala is the name of a frog. So we are going to put pala here. Next word is pond. Pond is a place. After that, next word is bureau. Bureau is also a name of a frog. After that, properly. It is not a noun. After that, next is village. Village is a place. So we are going to put village here. Next is beautiful. It's not a noun. After that, next word is home. It is a place. So we are going to put home here. After that, around. It's not a
noun here. After that, wise. It's also not a noun. Next word, toilet. It is place. So we are going to put toilet here. After that, next word is good. It is not a noun. And last word is city. It is a place, so we are going to put city here. That's all for today. Now it's time for homework, and your homework is you have to pick out noun from this given set of words. And your words are, first word, litter, happy, ears, many, great, cool, back, frog, fast, trees, near, calm, wife, and good. That's all for today. Keep on learning. Thank you. गुड मॉर्निंग मेरे प्यारे बच्चों। प्यारे बच्चों, हमारा आज का विषय है मीठे फल। मीठे फल कहानी एक ऐसी और इतनी सुंदर कहानी है, मैं तो ये कहूंगा कि ये एक भाव प्रधान कहानी है जिसमें हमें संदेश मिलता है फर्ज, ममता, प्रेम और दूसरों की मदद करने का। एक ऐसी कहानी कि अगर आपको कोई चोट पहुंचाता है तो आप उसको चोट पहुंचाने की बजाय उसकी मदद करें। पाठ्य पुस्तक की कहानी जानने से पहले मैं आपके साथ एक घटना साझी करना चाहता हूं। बात है तीसरी क्लास की। हम क्लास ले रहे थे और बड़े मगन होकर बच्चे सभी पढ़ रहे थे। अब क्या था कि एक तीसरी क्लास की बच्ची अपने छोटे भाई को, जो कि उसके छोटे भाई का पहला दिन था स्कूल में, लेकर आई हुई थी। वो छोटा भाई अपनी बहन के साथ बैठा था। जब शांति से सभी पढ़ रहे थे तो छोटे भाई ने पता नहीं कैसे उसके जोर से एक मुक्का लगाया और चिल्लाते हुए बोला कि मुझे भूख लगी है और मुझे खाना दो। तो ये घटना मैं देख रहा था। तो उस बच्ची ने बड़े प्यार से बैग में से खाना निकाला और छोटा छोटा निवाला अपने भाई के मुंह में डालने लगी और साथ साथ पढ़ भी रही थी। तो हुआ ये कि जब उसके भाई का पेट भर गया तो वो बड़े प्रेम से अपनी बहन के कंधों पे सिर रख के लाड लड़ाने लगा और आंखों ही आंखों में जैसे उसका धन्यवाद करने लगा। तो ये एक छोटी सी घटना एक बहुत ही सुंदर मन पे छाप छोड़ती है कि बहन को तो उसने एक मुक्का लगाया, लेकिन बहन ने बड़े प्यार से उसको खाना खिलाया। तो इस भाव, ममता, प्रेम से बहन का दर्जा और ऊंचा हो गया और आगे बढ़ गया। अब हम बात करते हैं मीठे फल कहानी, जो कि हमारी पाठ्य पुस्तक में से ही ली गई है। इस कहानी में प्रेरणा और भाव वही है जो कि पहले वाली घटना जैसी, लेकिन कहानी थोड़ी अलग है। प्यारे बच्चों, एक बार महाराजा रणजीत सिंह जी शिकार पर जा रहे थे और उनके अंगरक्षक भी उनके साथ थे। तो रास्ते में क्या हुआ, एक पत्थर आकर जोर से उनकी कनपटी पे लगा। तो जब जोर से कनपटी पर पत्थर लगा तो अंगरक्षकों ने देखा कि कुछ बच्चे बेरी में से पत्थर लगाकर बेर तोड़ रहे हैं। तो वही पत्थर महाराजा रणजीत सिंह को आकर लगा। तो उन अंगरक्षकों ने उन बच्चों को पकड़कर महाराजा रणजीत सिंह के सामने पेश किया। तो महाराज जी ने पूछा, क्यों भाई, आपने मुझे पत्थर क्यों मारा? तो बच्चे डर गए। उन्होंने कहा, महाराज जी क्षमा करना, ये हमने जानबूझकर नहीं किया, हम तो बेरी से पेड़ तोड़ रहे थे। तो महाराज जी को भी एहसास हुआ कि ये बच्चे निर्दोष हैं, इन्होंने जानबूझकर मुझे चोट नहीं पहुंचाई है। तो बड़ी ही प्यारी सोच महाराजा रणजीत सिंह की यहां दिखाई देती है। उन्होंने कहा कि बच्चों,
अगर पत्थर मारने से बेरी आपको बेर देती है तो मैं आपको सजा नहीं दूंगा। महाराजा रणजीत सिंह ने अपने अंगरक्षकों को उन बच्चों को मीठे बेर और मिठाइयां देने को कहा। तो ऐसा देखकर बच्चे बहुत खुश हुए और खुशी खुशी अपने घर गए। अब इसमें महाराजा रणजीत सिंह अगर बच्चों को सजा दे देते तो कुछ नया नहीं होता। नया तभी था कि महाराजा रणजीत सिंह को तो चोट लगी, लेकिन उसके बदले महाराजा रणजीत सिंह ने उन बच्चों को प्रेम दिखाया। तो यही कारण है कि महाराजा रणजीत सिंह आज हमारे मनों में और हमारी किताबों में जिंदा है। प्यारे बच्चों, आप इस कहानी को जरूर पढ़ें और मुश्किल शब्दों को अपनी कॉपी पे लिखें। ਪਿਆਰੇ ਬੱਚਿਓ, ਅਸੀਂ ਪੜ੍ਹ ਰਹੇ ਹਾਂ ਭਾਈਚਾਰਕ ਸਾਂਝ ਪਿੰਡ ਪੱਧਰ ਤੇ। ਪਿੰਡ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਅਧਿਆਪਕ ਜੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ 5ਵੀਂ ਜਮਾਤ ਦੀ ਸ਼ਰਨਜੀਤ ਨੂੰ ਇੱਕ ਗੀਤ ਸੁਣਾਉਣ ਲਈ ਮੰਚ ਤੇ ਬੁਲਾਇਆ ਹੈ। ਤਾਂ ਆਓ ਸੁਣੀਏ। ਕੀ ਲੈਣਾ ਆਪਸ ਵਿੱਚ ਲੜ ਕੇ ਅਸੀਂ ਆਪਣੀ ਸਾਂਝ ਵਧਾਵਾਂਗੇ, ਸਭ ਮਾੜੀਆਂ ਰਸਮਾਂ ਛੱਡਾਂਗੇ, ਅਸੀਂ ਅੱਗੇ ਵਧਦੇ ਜਾਵਾਂਗੇ। ਤੱਤ ਹਵਾ ਤੇ ਪਾਣੀ ਨੂੰ ਨਲਕੀਆਂ ਤਾਈਂ ਬਚਾਉਣਾ ਹੈ, ਅਸੀਂ ਗੰਦੇ ਗੀਤ ਨਹੀਂ ਸੁਣਨੇ, ਏਕੇ ਦਾ ਗਾਣਾ ਗਾਉਣਾ ਹੈ। ਅਸੀਂ ਉੱਚ ਨੀਚ ਦੀ ਲਾਨਤ ਨੂੰ ਰਲ ਮਿਲ ਕੇ ਦੂਰ ਭਜਾਵਾਂਗੇ। ਕੀ ਲੈਣਾ ਆਪਸ ਵਿੱਚ ਲੜ ਕੇ, ਕੀ ਲੈਣਾ ਆਪਸ ਵਿੱਚ ਲੜ ਕੇ ਅਸੀਂ ਆਪਣੀ ਸਾਂਝ ਵਧਾਵਾਂਗੇ। ਮਿਲ ਜੁਲ ਕੇ ਹੋ ਦੁਆ ਕਰੀਏ, ਖੁਸ਼ਹਾਲ ਰਹੇ ਪੰਜਾਬ ਸਾਡਾ, ਕਣ ਕਣ ਵਿੱਚ ਖੁਸ਼ੀਆਂ ਹੀ ਹੋਵਣ, ਮਹਿਕੀ ਜਾਏ ਸਦਾ ਗੁਲਾਬ ਸਾਡਾ। ਨਸ਼ਿਆਂ ਤੋਂ ਰਹਿ ਕੇ ਦੂਰ ਸਦਾ ਅਸੀਂ ਹੱਕ ਦੀ ਰੋਟੀ ਖਾਵਾਂਗੇ। ਕੀ ਲੈਣਾ ਆਪਸ ਵਿੱਚ ਲੜ ਕੇ, ਕੀ ਲੈਣਾ ਆਪਸ ਵਿੱਚ ਲੜ ਕੇ ਅਸੀਂ ਆਪਣੀ ਸਾਂਝ ਵਧਾਵਾਂਗੇ, ਮਾੜੀਆਂ ਰਸਮਾਂ ਛੱਡਾਂਗੇ, ਅਸੀਂ ਅੱਗੇ ਵਧਦੇ ਜਾਵਾਂਗੇ। ਬੱਚਿਓ, ਇਸ ਗੀਤ ਦਾ ਆਨੰਦ ਮਾਣਨ ਤੋਂ ਬਾਅਦ ਕਰਦੇ ਹਾਂ ਸਵਾਲਨਾਮਾ 1। ਇਹਨਾਂ ਚਾਰੇ ਤਸਵੀਰਾਂ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਮੇਲਾ, ਵਿਆਹ, ਲੰਗਰ, ਸਾਂਝੀ ਥਾਂ ਦੀ ਸਫਾਈ ਭਾਈਚਾਰਕ ਸਾਂਝ ਨਾਲ ਹੀ ਸੰਪੂਰਨ ਹੁੰਦੀ ਹੈ। ਸਵਾਲਨਾਮਾ 2। ਬੱਚਿਓ, ਇਹਨਾਂ ਤਸਵੀਰਾਂ ਨੂੰ ਧਿਆਨ ਨਾਲ ਦੇਖੋ। ਇਹਨਾਂ ਵਿੱਚੋਂ ਪਹਿਲੀ ਤਸਵੀਰ ਇਕੱਲੇ ਦੀ ਹੈ, ਜਦੋਂ ਕਿ ਦੂਸਰੀ ਤਸਵੀਰ ਭਾਈਚਾਰਕ ਸਾਂਝ ਦੀ ਹੈ। ਭਾਵੇਂ ਫ੍ਰੀ ਜਲ ਸੇਵਾ ਹੋਵੇ, ਲੰਗਰ ਹੋਵੇ, ਟੀਮ ਵਿੱਚ ਖੇਡਣਾ ਹੋਵੇ, ਗਰੁੱਪ ਡਾਂਸ ਭੰਗੜਾ ਹੋਵੇ ਜਾਂ ਵੱਖ-ਵੱਖ ਅਨੇਕਤਾਵਾਂ ਵਿੱਚ ਏਕਤਾ ਦੀ ਉਦਾਹਰਨ ਸਾਡਾ ਦੇਸ਼ ਭਾਰਤ ਹੋਵੇ। ਸੋ ਭਾਈਚਾਰਕ ਸਾਂਝ ਬਹੁਤ ਜ਼ਰੂਰੀ ਹੈ। ਅੱਜ ਦੇ ਘਰ ਦੇ ਕੰਮ ਵਿੱਚ ਤੁਸੀਂ ਇਹ ਸਾਰਣੀ ਤਿਆਰ ਕਰਨੀ ਹੈ। ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਬੇਟਾ, ਆਪਾਂ ਪੰਜਾਬੀ ਦੀ ਲਿਖਾਈ ਦੇ ਬਾਰੇ ਗੱਲ ਕਰਦੇ ਪਏ ਹਾਂ ਔਰ ਮੈਂ ਉਮੀਦ ਕਰਦਾ ਵੀ ਪਿਛਲੇ ਜਿਹੜੇ ਅੱਖਰ ਸਿੱਖੇ ਆ ਉਹਨਾਂ ਦੇ ਤੁਸੀਂ ਪੂਰਨੇ ਜਿਹੜੇ ਪਾ ਕੇ ਅਭਿਆਸ ਕਰ ਲਿਆ ਹੋਊਗਾ। ਸੋ ਬੇਟਾ 4 ਸੈੱਟ ਆ ਜਿਹੜੇ ਸਾਡੇ ਕੰਪਲੀਟ ਹੋ ਚੁੱਕੇ ਆ। ਅੱਜ ਬੱਚੇ ਆਪਾਂ 5ਵੇਂ ਸੈੱਟ ਦੇ ਉੱਤੇ ਪਹੁੰਚ ਗਏ। 5ਵੇਂ ਸੈੱਟ ਦੇ ਵਿੱਚ ਅਸੀਂ ਕਿਹੜੇ ਕਿਹੜੇ ਅੱਖਰ ਕਰਨੇ ਆ? ਅੱਖਰ ਈੜੀ, ਅੱਖਰ ਟੈਂਕਾ ਤੇ ਅੱਖਰ ਫੱਫਾ। ਸੋ ਬੇਟਾ ਅੱਜ ਆਪਾਂ 5ਵੇਂ ਸੈੱਟ ਦੇ ਪਹਿਲੇ ਅੱਖਰ ਈੜੀ ਦੇ ਬਾਰੇ ਗੱਲ ਕਰਾਂਗੇ। ਅੱਖਰ ਈੜੀ ਆਪਾਂ ਕਿਸ ਤਰ੍ਹਾਂ ਬਣਾਉਣਾ ਆ ਉਹ ਸਾਰੇ ਬੱਚੇ ਧਿਆਨ ਨਾਲ ਦੇਖੋ ਬੋਰਡ ਦੇ ਉੱਤੇ। ਸਭ ਤੋਂ ਪਹਿਲੇ ਸਟੈਪ ਦੇ ਵਿੱਚ ਬੇਟਾ 5ਵੇਂ ਸੈੱਟ ਦਾ ਇਹ ਪਹਿਲਾ ਅੱਖਰ ਹੈਗਾ ਆ। ਸਭ ਤੋਂ ਪਹਿਲੇ ਸਟੈਪ ਦੇ ਉੱਤੇ ਅਸੀਂ ਕੀ ਕਰਨਾ ਆ? ਇੱਕ ਰੇਖਾ ਜਿਹੜੀ ਉਹ ਉੱਪਰਲੀ ਲਾਈਨ ਦੇ ਪੈਰਲਲ ਲੈ ਲੈਣੀ ਹੈ, ਜਿੰਨੀ ਅਸੀਂ ਅੱਖਰ ਦੀ ਚੌੜਾਈ ਰੱਖਣੀ ਆ। ਉਹਦੇ ਤੋਂ ਬਾਅਦ ਦੇ ਵਿੱਚ ਥੋੜਾ ਜਿਹਾ ਹੁਲਾਰਾ ਛੱਡਦੇ ਹੋਏ ਇੱਥੋਂ ਅਸੀਂ 90 ਡਿਗਰੀ ਦੇ ਉੱਤੇ ਬੇਟਾ ਥੱਲੇ ਨੂੰ ਆ ਜਾਣਾ ਆ। 90 ਡਿਗਰੀ ਦੇ ਉੱਤੇ ਆ ਸੈਂਟਰ ਲਾਈਨ ਤੋਂ ਥੋੜਾ ਜਿਹਾ ਉੱਪਰ ਲਗਭਗ 40% ਦੇ ਉੱਤੇ 40 to 45% ਤੇ ਬਿਲਕੁਲ ਅੱਧ ਤੱਕ ਨਹੀਂ ਆਉਣਾ ਬੇਟਾ, ਇਸ ਗੱਲ ਦਾ ਧਿਆਨ ਰੱਖਣਾ ਆ। ਔਰ ਇਸ ਬਿੰਦੂ ਤੋਂ ਫਿਰ ਅਸੀਂ ਖੱਬੇ ਹੱਥ ਨੂੰ ਚੱਲਣਾ ਬੇਟਾ
ਹਲਕਾ ਜਿਹਾ ਇਹਨੂੰ ਉੱਪਰ ਨੂੰ ਉਭਾਰ ਦਿੰਦੇ ਹੋਏ ਅਸੀਂ ਇੱਥੇ ਆ ਗਏ ਬੇਟਾ ਥੱਲੇ, ਇਹਦੇ ਸੈਂਟਰ ਦੇ ਵਿੱਚ ਆ ਕੇ, ਇਹਦੇ ਤੇ ਇਸ ਪੁਆਇੰਟ ਦੇ ਸੈਂਟਰ 'ਚ ਆ ਕੇ ਇੱਥੇ ਠਹਿਰਾਓ ਕਰਦੇ ਹੋਏ ਇੱਥੋਂ ਬੇਟਾ ਅਸੀਂ ਹੇਠਲੇ ਪਾਸੇ ਨੂੰ ਵਾਪਸ ਜਾਵਾਂਗੇ। ਇਹਦੀ ਗੋਲਾਈ ਦਾ ਵਿਸ਼ੇਸ਼ ਧਿਆਨ ਰੱਖਣਾ ਆ। ਔਰ ਇਸ ਬਿੰਦੂ ਦੇ ਉੱਤੇ ਆ ਕੇ ਆਹ ਪੈਰ ਉੱਪਰ ਨੂੰ ਆ ਜਾਣਾ, ਅਸੀਂ ਪੈਨਸਲ ਆ ਜਿਹੜੀ ਉਹ ਚੁੱਕ ਲੈਣੀ। ਇਸ ਬਿੰਦੂ ਤੇ ਨੌਬ ਬਣਨੀ ਜ਼ਰੂਰੀ ਹੈ ਬੇਟਾ। ਔਰ ਇਹਦੀ ਸੇਧ ਨੂੰ ਥੋੜਾ ਜਿਹਾ ਅੰਦਰਲੇ ਪਾਸਿਓਂ ਅਸੀਂ ਕੀ ਕਰਨਾ, ਹਲਕੀ ਜਿਹੀ ਉਭਾਰ ਵਾਲੀ ਲਾਈਨ ਹੈ ਜਿਹੜੀ ਉਹ ਇੱਥੇ ਲਗਾ ਦੇਣੀ ਆ। ਇਹਦਾ ਉਭਾਰ ਬਾਹਰ ਨੂੰ ਹੁੰਦਾ, ਇਸ ਗੱਲ ਦਾ ਧਿਆਨ ਰੱਖਣਾ। ਇਹ ਬਣ ਗਿਆ ਬੇਟਾ ਸਾਡੇ ਕੋਲੇ ਅੱਖਰ ਈੜੀ। ਹੁਣ ਬੇਟਾ ਫੇਰ ਧਿਆਨ ਨਾਲ ਦੇਖ ਲਓ ਅੱਖਰ ਈੜੀ ਦੀ ਬਣਤਰ ਅਸੀਂ ਕਿਸ ਤਰ੍ਹਾਂ ਬਣਾਉਣੀ ਆ। ਸਭ ਤੋਂ ਪਹਿਲਾਂ ਅਸੀਂ ਉੱਪਰਲੇ ਪਾਸੇ ਨੂੰ ਰੇਖਾ ਲੈ ਲਈ, ਉਹਦੇ ਤੋਂ ਬਾਅਦ ਦੇ ਵਿੱਚ ਥੱਲੇ ਨੂੰ 40%, ਫਿਰ ਅਸੀਂ ਇੱਥੋਂ ਖੱਬੇ ਹੱਥ ਹਲਕਾ ਜਿਹਾ ਉਭਾਰ ਦਿੰਦੇ ਹੋਏ ਇਸ ਬਿੰਦੂ ਦੇ ਉੱਤੇ ਆ ਗਏ। ਇੱਥੇ ਨੌਬ ਬਣਾਉਂਦੇ ਹੋਏ ਅਸੀਂ ਇੱਥੋਂ ਥੱਲੇ ਨੂੰ ਚਲੇ ਗਏ, ਇੱਥੇ ਗੁਲਾਈ ਦਿੰਦੇ ਹੋਏ ਇੱਥੇ ਇਹਨੂੰ ਖਤਮ ਕਰ ਦਿੱਤਾ। ਆਹ ਪੁਆਇੰਟ ਤੇ ਆਹ ਪੁਆਇੰਟ ਲਗਭਗ ਇੱਕ ਹੀ ਸੇਧ ਦੇ ਵਿੱਚ ਹੋਣਗੇ। ਸੋ ਇਹ ਬਣ ਗਿਆ ਬੇਟਾ ਅੱਖਰ ਈੜੀ। ਸੋ ਤੁਸੀਂ ਬੱਚਿਆਂ ਨੇ ਕੀ ਕਰਨਾ, ਆਪਣੀ ਵਰਕਬੁੱਕ ਦੀ ਵਰਕਸ਼ੀਟ ਦੇ ਉੱਤੇ ਜਾਂ ਆਪਣੀਆਂ ਕਾਪੀਆਂ ਦੇ ਉੱਤੇ ਇਸ ਅੱਖਰ ਦਾ ਅੱਜ ਅਭਿਆਸ ਕਰਨਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।